ਜੀ ਆਇਆਂ ਨੂੰ ਗੱਲਾਂ ਤੇ ਗੀਤ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਹਾਰਦਿਕ ਸਵਾਗਤ ਕਰਦੇ ਹਾਂ। ਮੈਂ ਹਾਂ ਕਮਲਪ੍ਰੀਤ ਕੌਰ। ਹਰ ਰੋਜ਼ ਇੱਕ ਨਵਾਂ ਵਿਸ਼ਾ, ਨਵੀਆਂ ਗੱਲਾਂ ਬਾਤਾਂ, ਕੁਝ ਚੰਗੀਆਂ ਗੱਲਾਂ, ਕੁਝ ਚੰਗੇ ਜਜ਼ਬਾਤ, ਕੁਝ ਚੰਗੀਆਂ ਕਹਾਣੀਆਂ, ਇਹ ਸਭ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ ਹੈ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਹਰ ਰੋਜ਼ ਜੋ ਵਿਸ਼ਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਸਾਨੂੰ ਗਾਈਡੈਂਸ ਦਿੰਦਾ ਹੈ, ਕਿਤੇ ਨਾ ਕਿਤੇ ਸਾਡੇ ਲਈ ਉਹ ਨਿਰਦੇਸ਼ ਕਰ ਦਿੰਦਾ ਹੈ ਸਾਨੂੰ ਜ਼ਿੰਦਗੀ 'ਚ ਅੱਗੇ ਵਧਣ ਦੇ ਲਈ। ਵਿਦਿਆਰਥੀ ਜੀਵਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਬੱਚੇ ਪੜ੍ਹ ਲਿਖ ਜਾਂਦੇ ਨੇ, ਲਿਖ ਕੇ ਫਿਰ ਆਪਣੇ ਬਾਰੇ ਸੋਚਦੇ ਨੇ, ਆਪਣੇ ਮਨ ਦੀ ਜੋ ਭਾਵਨਾਵਾਂ ਹੁੰਦੀਆਂ ਨੇ ਜਾਂ ਉਹਨਾਂ ਨੇ ਜੋ ਕੁਝ ਵੀ ਕਰਨਾ ਹੁੰਦਾ ਹੈ ਫਿਊਚਰ ਦੇ ਵਾਸਤੇ, ਜੋ ਕੁਝ ਵੀ ਆਪਣੇ ਸੁਪਨੇ ਬੁਣੇ ਹੁੰਦੇ ਨੇ ਛੋਟੀਆਂ-ਛੋਟੀਆਂ ਅੱਖਾਂ ਦੇ ਨਾਲ, ਵੱਡੇ-ਵੱਡੇ ਖਿਆਲਾਂ ਦੇ ਨਾਲ, ਤੇ ਉਹਨਾਂ ਨੂੰ ਅਸਲੀ ਜਾਮਾ ਪਹਿਨਾਉਣ ਦੇ ਲਈ ਮਿਹਨਤ ਕਰਦੇ ਨੇ। ਮਿਹਨਤ ਤਾਂ ਹੀ ਸਫਲ ਹੁੰਦੀ ਹੈ ਜੇਕਰ ਸਾਨੂੰ ਕੋਈ ਉਂਗਲ ਫੜ ਕੇ ਸਾਨੂੰ ਰਾਹ ਵਿਖਾ ਦਿੰਦਾ ਹੈ ਕਿ ਤੁਹਾਡਾ ਇਹ ਰਾਹ ਹੈ, ਉਸ ਇਹ ਰਾਹ ਉੱਤੇ ਚੱਲਦਿਆਂ ਹੋਇਆਂ ਤੁਸੀਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨਾ ਹੈ। ਗਾਹੇ ਬਗਾਹੇ ਕਈ ਵਾਰ ਅਸੀਂ ਕੀ ਹੁੰਦਾ ਹੈ ਕਿ ਰਾਹ ਭਟਕ ਜਾਂਦੇ ਹਾਂ, ਸਾਨੂੰ ਪਤਾ ਨਹੀਂ ਚੱਲਦਾ ਕਿ ਅਸੀਂ ਹੁਣ ਕਰੀਏ ਕੀ। ਫਿਰ ਇੱਥੇ ਕਰੀਅਰ ਗਾਈਡੈਂਸ ਦੀ ਸਾਨੂੰ ਲੋੜ ਪੈਂਦੀ ਹੈ, ਕਾਉਂਸਲਿੰਗ ਦੀ ਲੋੜ ਪੈਂਦੀ ਹੈ, ਉਸ ਟੀਚਰ ਦੀ ਲੋੜ ਪੈਂਦੀ ਹੈ, ਉਸ ਅਧਿਆਪਕ ਦੀ ਲੋੜ ਪੈਂਦੀ ਹੈ, ਉਸ ਇੱਕ ਸੂਝਵਾਨ ਵਿਅਕਤੀ ਦੀ ਲੋੜ ਪੈਂਦੀ ਹੈ ਕਿ ਸਾਨੂੰ ਉਹ ਰਾਹ ਦਿਖਾ ਦੇਵੇ ਤਾਂ ਜੋ ਅਸੀਂ ਆਪਣੇ ਸੁਪਨੇ ਵੇਖੇ ਹੋਏ ਨੇ ਉਹਨਾਂ ਨੂੰ ਹਕੀਕੀ ਜਾਮਾ ਪਹਿਨਾ ਸਕੀਏ। ਅੱਜ ਦਾ ਸਾਡਾ ਵਿਸ਼ਾ ਇਹੀ ਰਹੇਗਾ ਕਿ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਕਿਹੜੇ ਵਿਸ਼ੇ ਆਪਣੇ ਉਹ ਚੁਣਨੇ ਚਾਹੀਦੇ ਨੇ, ਕਿਹੜੀਆਂ ਆਪਸ਼ਨਸ ਲੈਣੀਆਂ ਚਾਹੀਦੀਆਂ ਨੇ 10ਵੀਂ ਤੋਂ ਬਾਅਦ, 12ਵੀਂ ਤੋਂ ਬਾਅਦ, ਜਾਂ ਅਸੀਂ ਕੋਈ ਡਿਗਰੀ ਕਰ ਲੈਂਦੇ ਹਾਂ ਜਾਂ ਕੋਈ ITI ਕਰ ਲੈਂਦੇ ਹਾਂ ਜਾਂ ਪੋਲੀਟੈਕਨਿਕ ਦੀ ਕੋਈ ਸਟੱਡੀ ਕਰ ਲੈਂਦੇ ਹਾਂ, ਤਾਂ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਭਵਿੱਖ ਨੂੰ ਸੋਹਣਾ ਬਣਾ ਸਕੀਏ, ਚੰਗਾ ਰੋਜ਼ੀ ਰੋਟੀ ਖਾ ਸਕੀਏ, ਕਮਾ ਸਕੀਏ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੀਏ। ਇਹ ਸਭ ਦਾ ਸੁਪਨਾ ਹੁੰਦਾ ਹੈ ਕਿ ਇੱਕ ਚੰਗਾ ਜੀਵਨ ਸਾਨੂੰ ਵੀ ਮਿਲੇ, ਔਰ ਇਸ ਜੀਵਨ ਦੇ ਲਈ ਸਾਨੂੰ ਆਪਣੇ ਆਪ ਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ, ਔਰ ਮਿਹਨਤ ਦੇ ਸਦਕਾ ਹੀ ਅਸੀਂ ਆਪਣੀਆਂ ਮੰਜ਼ਿਲਾਂ ਨੂੰ ਪੂਰਾ ਕਰ ਪਾਉਂਦੇ ਹਾਂ। ਸੋ ਅੱਜ ਕਰੀਅਰ ਗਾਈਡੈਂਸ 'ਤੇ ਗੱਲ ਹੋਏਗੀ, ਕਰੀਅਰ ਕਾਉਂਸਲਿੰਗ 'ਤੇ ਗੱਲ ਹੋਏਗੀ, ਔਰ ਇਸ ਬਾਬਤ ਪੂਰੀ ਜਾਣਕਾਰੀ ਦੇਣ ਦੇ ਲਈ ਸਾਡੇ ਕੋਲ ਪਹੁੰਚੇ ਨੇ ਸਾਡੇ ਖਾਸ ਮਹਿਮਾਨ ਡਾਕਟਰ ਜਗਰੂਪ ਸਿੰਘ, ਜਿਹੜੇ ਕਿ ਪ੍ਰਿੰਸੀਪਲ ਨੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਤੋਂ ਸਾਡੇ ਵਿਚਕਾਰ ਪਹੁੰਚੇ ਨੇ। ਆਪ ਜੀ ਨੇ ਤਕਨੀਕੀ ਜਿਹੜੀਆਂ ਗੱਲਾਂ ਨੇ ਉਹਨਾਂ ਉੱਤੇ ਪੂਰੀ ਕਿਤਾਬ ਲਿਖੀ ਹੋਈ ਹੈ, ਔਰ ਸਾਹਿਤ ਦੇ ਵਿੱਚ ਵੀ ਰੁਚੀ ਰੱਖਦੇ ਨੇ, ਔਰ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਨੇ, ਔਰ ਨਾਲ ਦੀ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਕਨੀਕੀ ਸਿੱਖਿਆ ਉੱਤੇ ਬਹੁਤ ਸਾਰੇ ਆਪਣੇ ਜਿਹੜੇ ਰਿਸਰਚ ਪੇਪਰ ਨੇ ਉਹਨਾਂ ਨੂੰ ਪੜ੍ਹਿਆ ਹੈ ਅਤੇ ਕਾਫੀ ਡੂੰਘੀ ਜਾਣਕਾਰੀ ਰੱਖਦੇ ਨੇ। ਸੋ ਨਿੱਘਾ ਜੀ ਆਇਆਂ ਨੂੰ। ਜੀ ਅੱਜ ਦੀ ਗੱਲਬਾਤ ਦਾ ਸਾਡਾ ਵਿਸ਼ਾ ਹੈ ਕਿ ਅਸੀਂ ਜਿਹੜੀ ਕਰੀਅਰ ਗਾਈਡੈਂਸ ਹੈ ਉਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰੀਏ, ਔਰ ਸਭ ਤੋਂ ਪਹਿਲਾਂ ਇਹੀ ਸਵਾਲ ਪੈਦਾ ਹੁੰਦਾ ਹੈ ਕਰੀਅਰ ਗਾਈਡੈਂਸ ਹੁੰਦਾ ਕੀ ਹੈ, ਇਸ ਦੀ ਕੀ ਮਹੱਤਤਾ ਹੈ? ਮੈਡਮ ਜੀ, ਜਦੋਂ ਕਿਸੇ ਫੀਲਡ, ਖੇਤਰ ਜਾਂ ਵਿਸ਼ੇ ਵਿੱਚ ਆਪਣਾ ਭਵਿੱਖ ਬਣਾਉਣ ਲਈ, ਆਪਣਾ ਕਰੀਅਰ ਬਣਾਉਣ ਲਈ ਜਾਂ ਸਹੀ ਰਸਤਾ ਚੁਣਨ ਲਈ ਜਦੋਂ ਇੱਕ ਵਿਦਿਆਰਥੀ ਆਪਣੇ ਮਾਂ-ਬਾਪ, ਆਪਣੇ ਅਧਿਆਪਕਾਂ ਜਾਂ ਮਾਹਿਰਾਂ ਦੀ ਮਦਦ ਲੈਂਦਾ ਹੈ ਤਾਂ ਉਸ ਨੂੰ ਕਰੀਅਰ ਗਾਈਡੈਂਸ ਕਿਹਾ ਜਾਂਦਾ ਹੈ। ਠੀਕ ਹੈ। ਇਸ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ। ਕਈ ਵਾਰ ਵਿਦਿਆਰਥੀ ਆਪਣੇ ਅੰਦਰ ਛਿਪੀ ਹੋਈ ਪ੍ਰਤਿਭਾ, ਆਪਣੇ ਅੰਦਰ ਛਿਪੇ ਹੋਏ ਹੁਨਰ ਨੂੰ ਪਛਾਣ ਨਹੀਂ ਸਕਦੇ। ਮਾਂ-ਬਾਪ ਜੋ ਉਹਨਾਂ ਦੇ ਨਾਲ ਰਹਿੰਦੇ ਨੇ ਬਚਪਨ ਤੋਂ, ਉਹ ਵੀ ਪਰਖ ਨਹੀਂ ਸਕਦੇ ਕਿ ਬੱਚਾ ਕਿਸ ਖੇਤਰ ਵਿੱਚ ਕਮਾਲ ਕਰ ਸਕਦਾ ਹੈ, ਔਰ ਬੱਚਾ ਕੀ ਕਰਦਾ, ਕਈ ਵਾਰ ਰਸਤੇ ਤੋਂ ਭਟਕ ਜਾਂਦਾ ਹੈ, ਅਜਿਹੇ ਵਿਸ਼ੇ ਚੁਣ ਲੈਂਦਾ ਜਿਹੜੇ ਉਸ ਨੂੰ ਰਾਸ ਨਹੀਂ ਆਉਂਦੇ। ਫਿਰ ਕੀ ਹੁੰਦਾ ਨਤੀਜਾ ਕਿ ਜਾਂ ਤਾਂ ਅੱਧ ਵਾਟੇ ਛੱਡ ਜਾਂਦਾ ਹੈ ਜਾਂ ਉਸ ਖੇਤਰ ਵਿੱਚ ਉਸ ਦੀ ਪਰਫਾਰਮੈਂਸ ਬਹੁਤ ਹੀ ਲੋ ਹੋ ਜਾਂਦੀ ਹੈ, ਬਹੁਤ ਨਿਘਾਰ ਵੱਲ ਚਲੀ ਜਾਂਦੀ ਹੈ। ਇਸ ਲਈ ਸਹੀ ਸਮੇਂ ਤੇ ਕਰੀਅਰ ਗਾਈਡੈਂਸ ਜਾਂ ਕਰੀਅਰ ਕਾਉਂਸਲਿੰਗ ਬਹੁਤ ਜ਼ਰੂਰੀ ਹੈ। ਠੀਕ ਹੈ। ਕਈ ਵਾਰ ਹੁੰਦਾ ਹੈ ਕਿ ਗਾਈਡੈਂਸ ਤੇ ਕਾਉਂਸਲਿੰਗ ਕਰੀਅਰ ਨੂੰ ਲੈ ਕੇ ਅਸੀਂ ਜਿਹੜੀ ਹੈਗੇ ਉਹ ਸੇਮ ਹੀ ਪਰਿਭਾਸ਼ਿਤ ਕਰ ਲੈਂਦੇ ਹਾਂ, ਕੀ ਇਹਨਾਂ ਵਿੱਚ ਕੋਈ ਅੰਤਰ ਹੈ? ਬਿਲਕੁਲ ਮੈਡਮ ਜੀ, ਇਹਦੇ 'ਚ ਬਹੁਤ ਅੰਤਰ ਹੈ। ਕਰੀਅਰ ਗਾਈਡੈਂਸ ਜਿਸ ਤਰ੍ਹਾਂ ਗੱਲ ਕੀਤੀ ਕਿ ਬੱਚਾ ਕਹਿੰਦਾ ਕਿ ਮੈਂ ਕੋਈ ਵਿਸ਼ਾ ਚੁਣਨਾ ਹੈ, ਹਾਂਜੀ, ਮੈਨੂੰ ਰਸਤਾ ਦਿਖਾਓ, ਉਹ ਦੱਸ ਦਿੰਦਾ ਕਿ ਆਹ ਸਾਡੇ ਕੋਲ ਆਪਸ਼ਨਸ ਹੈ, ਇਹਦੇ 'ਚ ਆਹ ਸਫਲ ਵਿਅਕਤੀ ਹੋਏ ਨੇ, ਇਹਦੇ 'ਚ ਆਹ ਖੇਤਰ ਹੈ, ਤੁਸੀਂ ਇਹਦੇ ਵਿੱਚੋਂ ਕੋਈ ਵੀ ਚੁਣ ਲਓ। ਅਸੀਂ ਉਹਨੂੰ ਗਾਈਡ ਕਰਦੇ ਨੇ ਕਿ ਤੁਹਾਡੀ ਜਿਹੜੀ ਐਜੂਕੇਸ਼ਨ ਬੇਸਿਕ ਹੈ, ਚਾਹੇ 10ਵੀਂ ਹੈ, ਚਾਹੇ 12ਵੀਂ ਹੈ, ਚਾਹੇ BA ਹੈ, BSc ਹੈ, ਇਸ ਤੋਂ ਬਾਅਦ ਤੁਹਾਡੇ ਕੋਲ ਕਿਹੜੇ ਆਪਸ਼ਨਸ ਹੈ। ਜਦ ਕਿ ਜਿਹੜੀ ਕਰੀਅਰ ਕਾਉਂਸਲਿੰਗ ਹੁੰਦੀ ਹੈ ਉਸ ਦੇ ਵਿੱਚ ਹੁੰਦਾ ਕਿ ਬੱਚੇ ਨੂੰ ਦੱਸਣਾ ਹੈ ਵੀ ਕਾਉਂਸਲਿੰਗ ਕਰਕੇ ਵੀ ਉਹ ਕਿਹਦੇ ਲਈ ਫਿੱਟ ਹੈ। ਅੱਛਾ, ਗਾਈਡ ਤਾਂ ਕਰਨਾ ਹੀ ਕਰਨਾ ਹੈ, ਉਹਦੇ 'ਚ ਉਹਨੂੰ ਉਹਦੇ ਸਾਈਕੋਮੈਟ੍ਰਿਕ ਟੈਸਟ ਲੈ ਕੇ, ਉਹਦੇ ਹੋਰ ਕਈ ਸਾਡੇ ਨਿਰਧਾਰਿਤ ਟੈਸਟ ਨੇ ਜਿਹਦੇ 'ਚ ਉਹ ਸਮਝ ਆਉਂਦਾ ਉਹਦੀ ਕਾਉਂਸਲਿੰਗ ਕਰਕੇ ਵੀ ਉਹ ਕਿਹੜੇ ਖੇਤਰ 'ਚ ਜਾ ਸਕਦਾ ਹੈ। ਇਸ ਤਰ੍ਹਾਂ ਦੇ ਬੜੇ ਐਕਸਪੈਰੀਮੈਂਟ ਹੁੰਦੇ। ਮੈਂ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸਦਾ, ਚਾਈਨਾ ਦੇ ਸਕੂਲ ਵਿੱਚ ਇੱਕ ਐਕਸਪੈਰੀਮੈਂਟ ਹੋਇਆ ਕਿ 8ਵੀਂ ਤੋਂ 10ਵੀਂ ਤੋਂ ਕਰਦੇ ਰਹਿੰਦੇ ਆ ਬੱਚੇ ਨੂੰ ਕਿਹੜੇ ਕੈਰੀਅਰ ਆਪਸ਼ਨ ਲੈਣੇ ਚਾਹੀਦੇ। ਉਹਨਾਂ ਨੇ ਇੱਕ ਨਾ ਟੇਬਲ ਦੇ ਉੱਤੇ 4 ਚੀਜ਼ਾਂ ਰੱਖ ਦਿੱਤੀਆਂ, ਇੱਕ ਨੋਟਾਂ ਦੀ ਗੱਡੀ ਰੱਖ ਦਿੱਤੀ, ਇੱਕ ਧਾਰਮਿਕ ਪੁਸਤਕ ਰੱਖ ਦਿੱਤੀ
ਇੱਕ ਬੰਦੂਕ ਤੇ ਇੱਕ ਸ਼ਰਾਬ ਦੀ ਬੋਤਲ ਤੇ ਅੱਛਾ। 6ਵੀਂ ਤੇ 8ਵੀਂ ਦੇ ਬੱਚਿਆਂ ਨੂੰ ਕਿਹਾ ਵੀ ਇੱਕ ਇੱਕ ਆਪਣੀ ਮਰਜ਼ੀ ਦੀ ਚੁੱਕ ਲਓ। ਜਿਸ ਬੱਚੇ ਨੇ ਨੋਟਾਂ ਦੀ ਗੱਡੀ ਵੱਲ ਹੱਥ ਪਾਇਆ ਉਹ ਕਹਿੰਦੇ ਕਿ ਬੱਚਾ ਵਪਾਰ ਕਰ ਸਕਦਾ, ਇਹਦਾ ਥੋੜਾ ਜਿਹਾ ਝੁਕਾਅ ਉਧਰ ਹੈ। ਪੈਸੇ ਵਾਲਾ। ਕਿਸੇ ਬੱਚੇ ਨੇ ਧਾਰਮਿਕ ਪੁਸਤਕ ਤੇ ਹੱਥ ਲਾਇਆ, ਉਹ ਕਹਿੰਦੇ ਇਹ ਬੱਚਾ ਉਹ ਹੈ ਜਿਹਦੇ ਚ ਧਾਰਮਿਕ ਪ੍ਰਵਿਰਤੀ ਵਾਲਾ ਹੈ, ਇਸਨੂੰ ਪੀਸਫੁਲ ਏਰੀਆ ਚ ਜਾਣਾ ਚਾਹੁੰਦਾ, ਇਹ ਇਸ ਤਰ੍ਹਾਂ ਦੀ ਲਾਈਫ ਚਾਹੁੰਦਾ ਹੈ। ਕਿਸੇ ਨੇ ਬੰਦੂਕ ਚੱਕ ਲਈ ਤੇ ਬੱਚਾ ਆਰਮੀ ਵੱਲ ਜਾਣਾ ਚਾਹੁੰਦਾ ਹੈ। ਜਿਸ ਬੱਚੇ ਨੇ, ਕਿਸੇ ਨੇ, ਇੱਕ ਦੋ ਬੱਚੇ ਨੇ ਸ਼ਰਾਬ ਦੀ ਬੋਤਲ ਫੜੀ, ਉਹ ਕਹਿੰਦੇ ਇਸ ਬੱਚੇ ਦੀ ਕਾਉਂਸਲਿੰਗ ਦੀ ਹੋਰ ਲੋੜ ਹੈ, ਇਹਦਾ ਮਨ ਭਟਕ ਰਿਹਾ। ਸੋ ਉਹਨਾਂ ਦੇ ਐਕਸਪੈਰੀਮੈਂਟ ਬਹੁਤ ਕਰਦੇ ਨੇ, ਅਲੱਗ-ਅਲੱਗ ਇਹ ਵੀ ਕਿਸ ਤਰ੍ਹਾਂ ਹੋ ਸਕਦੇ ਨੇ ਖੇਤਰ। ਸੋ ਕੈਰੀਅਰ ਕਾਉਂਸਲਿੰਗ ਮਤਲਬ ਕਿ ਬੱਚੇ ਨੂੰ ਪਰਖ ਕੇ, ਉਹਦੇ ਗੁਣਾਂ ਨੂੰ ਸਮਝ ਕੇ ਅਸੀਂ ਉਹਨੂੰ ਗਾਈਡ ਕਰਨਾ ਕਿ ਤੂੰ ਇਹਦੇ ਲਈ ਫਿੱਟ ਹੈ। ਇਹ ਇੱਕ ਬਹੁਤ ਜ਼ਰੂਰੀ ਚੀਜ਼। ਯਾਨੀ ਕਿ ਜਦੋਂ ਕੋਈ ਆਪਸ਼ਨ ਦਿੱਤੀਆਂ ਜਾਂਦੀਆਂ ਨੇ, ਉਹਨਾਂ ਆਪਸ਼ਨ ਦੇ ਵਿੱਚੋਂ ਜਿਹੜਾ ਬੱਚਾ ਵੀ ਚੁਣ ਲੈਂਦਾ ਹੈਗਾ ਤੇ ਉਹਦੇ ਵਿੱਚ ਉਹਦੀ ਇੱਕ ਕਾਉਂਸਲਿੰਗ ਹੋ ਜਾਂਦੀ ਹੈ ਤੇ ਮੋਰੇ ਵਾਲਾ ਟੀਚਰ ਜਿਹੜਾ ਹੈ ਉਹਦੇ ਅਕੋਰਡਿੰਗਲੀ ਉਹਨੂੰ ਦੱਸਦਾ ਹੈ ਕਿ ਤੁਹਾਨੂੰ ਕਿਹੜਾ ਸਬਜੈਕਟ ਜਿਹੜਾ ਹੈਗਾ ਉਹ ਚੂਜ਼ ਕਰਨਾ ਚਾਹੀਦਾ ਹੈ, ਕਿਹੜੀ ਤੁਹਾਡੇ ਲਈ ਜਿਹੜੀ ਹੈਗੀ ਆ ਉਹ ਬਣੀ ਹੋਈ ਹੈ ਜੌਬ, ਤੇ ਤੁਸੀਂ ਉਸ ਜੌਬ ਦੇ ਵਿੱਚ ਜਾ ਕੇ ਆਪਣੀ ਫੀਲਡ ਦੇ ਵਿੱਚ ਜਾ ਕੇ ਆਪਣਾ ਇੱਕ ਚੰਗਾ ਨਾਮ ਬਣਾ ਸਕਦੇ ਹੋ। ਬਿਲਕੁਲ। ਸੋ ਕਈ ਵਾਰ ਹੁੰਦਾ ਹੈ ਕਿ ਕਰੀਅਰ ਗਾਈਡੈਂਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਸਾਨੂੰ ਜ਼ਰੂਰਤਾਂ ਮਹਿਸੂਸ ਹੁੰਦੀਆਂ ਨੇ। ਸਾਨੂੰ ਲੱਗਦਾ ਹੈ ਕਿ ਸਾਨੂੰ ਕਦੋਂ ਲੈਣੀ ਚਾਹੀਦੀ ਹੈ, ਕਿਹੜਾ ਸਮਾਂ ਹੈ ਸਾਡੇ ਲਈ, ਔਰ ਕਿਹਦੇ ਤੋਂ ਲੈਣੀ ਚਾਹੀਦੀ ਹੈ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਾਡੀ ਜਿਹੜੀ ਭਾਰਤੀ ਐਜੂਕੇਸ਼ਨ ਸਿਸਟਮ ਹੈ, 10ਵੀਂ ਨੂੰ ਬੇਸ ਮੰਨਿਆ ਗਿਆ ਹੈ। 10ਵੀਂ ਤੋਂ ਬਾਅਦ ਹਰ ਇੱਕ ਵਿਦਿਆਰਥੀ ਦੀ ਜ਼ਿੰਦਗੀ 'ਚ ਇੱਕ ਮੋੜ ਆਉਂਦਾ ਵੀ ਉਸਨੇ ਕਿਸ ਖੇਤਰ ਨੂੰ ਚੁਣਨਾ ਹੈ, ਕਿਸ ਖੇਤਰ ਵਿੱਚ ਜਾਣਾ ਚਾਹੁੰਦਾ ਹੈ। ਲੇਕਿਨ ਆਦਰਸ਼ ਜੋ ਉਮਰ ਹੈ ਕੈਰੀਅਰ ਕਾਉਂਸਲਿੰਗ ਦੀ ਜਾਂ ਕੈਰੀਅਰ ਗਾਈਡੈਂਸ ਦੀ, ਉਹ ਹੈ 13 ਤੋਂ 17 ਸਾਲ। ਲੇਕਿਨ ਮੈਂ ਸਮਝਦਾ ਕਿ 9ਵੀਂ ਤੋਂ ਹੀ ਬੱਚੇ ਨੂੰ ਕੈਰੀਅਰ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਤੇ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਅਧਿਆਪਕਾਂ ਨਾਲ ਮਿਲ ਕੇ, ਮਾਹਰਾਂ ਨਾਲ ਮਿਲ ਕੇ ਬੱਚੇ ਨੂੰ ਸਮਝ ਕੇ ਉਹਦੇ ਵਾਸਤੇ ਸਹੀ ਆਪਸ਼ਨ ਚੁਣਾਈ ਕਰ ਸਕਣ, ਤਾਂ ਕਿ ਇਹ ਇੱਕ ਸਮਾਂ ਜਦੋਂ ਅਸੀਂ ਸੋਚਣਾ ਹੈ, ਕਿਉਂਕਿ ਅਗਰ ਉਸਨੇ ਸਾਇੰਸ ਵੱਲ ਜਾਣਾ ਹੈ ਜਾਂ ਉਸਨੇ ਅੱਗੇ ਸਾਇੰਟਿਸਟ ਬਣਨਾ ਹੈ ਜਾਂ ਉਸਨੇ ਕੋਈ ਇੰਜੀਨੀਅਰਿੰਗ ਦੇ ਖੇਤਰ ਜਾਣਾ ਹੈ, ਤਾਂ ਉਸਨੂੰ ਆਪਣੇ ਮੈਥਸ ਸਾਇੰਸ ਦੇ ਉੱਪਰ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ। ਅਗਰ ਉਸਨੇ ਕਮਰਸ ਦੇ ਖੇਤਰ ਸੀਏ ਜਾਣਾ ਤਾਂ ਉਸਨੂੰ ਮੈਥਸ ਜਾਂ ਦੂਜੇ ਖੇਤਰ ਵਿੱਚ ਜ਼ਿਆਦਾ ਕੰਮ ਕਰਨਾ ਚਾਹੀਦਾ। ਸੋ ਇਸ ਤਰ੍ਹਾਂ ਬੱਚਾ ਪਹਿਲਾਂ ਹੀ ਉਹਨਾਂ ਸਬਜੈਕਟਸ ਤੇ ਫੋਕਸ ਕਰ ਸਕਦਾ ਜੇ ਉਸਨੂੰ ਪਤਾ ਹੈ ਕਿ ਮੇਰਾ ਕੈਰੀਅਰ ਅੱਗੇ ਕੀ ਹੋਣ ਵਾਲਾ ਹੈ। ਠੀਕ ਹੈ, ਮਤਲਬ ਜਦੋਂ ਵਿਦਿਆਰਥੀ ਆਪਣੇ ਪੇਪਰ ਦੇ ਦੇਵੇ ਤਾਂ ਉਸ ਤੋਂ ਬਾਅਦ ਉਹਨੂੰ ਲੱਗੇ ਕਿ ਮੇਰੇ ਕੋਲ ਜੇ ਮੇਰਾ ਰੁਝਾਨ ਜਿਸ ਵੱਲ ਵੀ ਹੈ ਤੇ ਉਸ ਲਈ ਉਹਨੂੰ ਕਾਉਂਸਲਿੰਗ ਦੀ ਜ਼ਰੂਰਤ ਮਹਿਸੂਸ ਹੋ ਜਾਂਦੀ ਹੈ ਤੇ ਉਹ ਜਾ ਕੇ ਕਾਉਂਸਲਿੰਗ ਲੈ ਸਕਦਾ ਹੈ। ਹੁਣ ਆਉਂਦੀ ਹੈ ਡਾਕਟਰ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਕਿ 10ਵੀਂ ਤੋਂ ਬਾਅਦ ਵੀ ਬਹੁਤ ਸਾਰੇ ਸਾਡੇ ਕੋਲ ਸਕੋਪ ਬਣ ਜਾਂਦਾ ਹੈ ਕਿ ਅਸੀਂ ਵੱਖ-ਵੱਖ ਵਿਸ਼ਿਆਂ ਉੱਤੇ ਆਪਣੀ ਜਿਹੜੀ ਹੈਗੀ ਮਹਾਰਤਾਂ ਹਾਸਿਲ ਕਰ ਸਕਦੇ ਹਾਂ। ਕੁਝ ਸਟਰੀਮਸ ਹੁੰਦੀਆਂ ਨੇ ਸਾਡੇ ਕੋਲ ਤੇ +2 ਤੋਂ ਬਾਅਦ ਵੀ ਕੁਝ ਕੋਰਸਿਸ ਜਾਂ ਕੁਝ ਡਿਗਰੀ ਕੋਰਸਿਸ ਜਾਂ ਪ੍ਰੋਫੈਸ਼ਨਲ ਕੋਰਸਿਸ, ITI ਕਹਿ ਸਕਦੇ ਹਾਂ, ਪੋਲੀਟੈਕਨਿਕ ਦੇ ਵਿੱਚ ਬਹੁਤ ਸਾਰੇ ਕੋਰਸਿਸ ਆਉਂਦੇ ਨੇ। ਸੋ ਇਹ ਵੱਖ-ਵੱਖ ਤਰ੍ਹਾਂ ਦੇ ਕੋਰਸ, ਇਹਨਾਂ ਨੂੰ ਤੁਸੀਂ ਕਿੱਦਾਂ ਦੱਸ ਸਕਦੇ ਹੋ ਸਾਡੇ ਵਿਦਿਆਰਥੀਆਂ ਨੂੰ ਕਿ ਉਹ 10ਵੀਂ ਤੋਂ ਬਾਅਦ ਤੇ 12ਵੀਂ ਤੋਂ ਬਾਅਦ ਕਿਹੜੇ-ਕਿਹੜੇ ਸਬਜੈਕਟ ਲੈ ਕੇ ਆਪਣੇ ਕੈਰੀਅਰ ਨੂੰ ਵਧੀਆ ਬਣਾ ਸਕਦੇ ਨੇ? 10ਵੀਂ ਤੋਂ ਬਾਅਦ ਕਈ ਵਿਦਿਆਰਥੀ ਜਿਸ ਤਰ੍ਹਾਂ ਆਪਣਾ ਪਰਿਵਾਰਕ ਮਾਇਕ ਲੋੜਾਂ ਹੁੰਦੀਆਂ, ਹਾਂਜੀ, ਉਹ ਅਸੀਂ ਬਹੁਤ ਜਲਦੀ ਆਪਾਂ ਕੈਰੀਅਰ ਦੇ ਵਿੱਚ ਕੁਝ ਕਮਾਈ ਕਰਨਾ ਚਾਹੁੰਦੇ ਆ ਹਾਲਾਤ ਦੇ ਹਿਸਾਬ ਨਾਲ, ਤਾਂ ਉਹ ਜਿਹੜੇ ITI ਕੋਰਸ ਨੇ, ਇਹ 2 ਸਾਲਾਂ ਦੀ ਕੋਰਸ ਹੈ 10ਵੀਂ ਤੋਂ ਬਾਅਦ। ਉਹ ਇਨਸਾਨ ਜਾਂ ਵਿਦਿਆਰਥੀ ਉਹ ਟੈਕਨੀਸ਼ੀਅਨ ਬਣ ਜਾਂਦਾ ਹੈ। ਉਸਨੂੰ ਸਿਰਫ ਪ੍ਰੈਕਟੀਕਲ ਟ੍ਰੇਨਿੰਗ ਦੀ ਲੋੜ ਹੈ। ਉਹ ਕਿਸੇ ਵੀ ਫੀਲਡ ਚੁਣ ਸਕਦਾ। ਇਸੇ ਸੈਂਕੜੇ ਖੇਤਰ ਨੇ ITI ਦੇ ਵਿੱਚ, ਜਿਸ ਤਰ੍ਹਾਂ ਪਲੰਬਿੰਗ ਦਾ ਹੈ, ਡਰਾਫਟਸਮੈਨ ਦਾ ਹੈ, ਬਲੈਕ ਸਮਿਥੀ ਦਾ ਹੈ, ਔਰ ਸਾਡੇ ਕੋਲ ਮੋਟਰ ਮਕੈਨਿਕ ਹੈ, ਡੀਜ਼ਲ ਮਕੈਨਿਕ ਹੈ, ਅੱਜ ਕੱਲ੍ਹ ਨਵੇਂ ਆ ਗਏ ਹਾਰਡਵੇਅਰ ਸੌਫਟਵੇਅਰ ਹੈ, ਉਹਦੇ 'ਚ ਬੜੇ ਖੇਤਰ ਨੇ ਕਰ ਸਕਦੇ ਨੇ। ਜਦੋਂ ਇੱਕ ਵਿਦਿਆਰਥੀ ਸੋਚਦਾ ਉਹਦੀ ਸੰਭਾਵਨਾ ਜ਼ਿਆਦਾ ਹੈ, ਉਹ ਚਾਹੁੰਦਾ ਕਿ ਮੈਂ ਇੰਜੀਨੀਅਰਿੰਗ ਦੇ ਖੇਤਰ ਵਿੱਚ ਹੋਰ ਅੱਗੇ ਜਾਣਾ ਚਾਹੁੰਦਾ, ਤਾਂ ਡਿਪਲੋਮਾ ਉਹਦੇ ਲਈ ਬੈਸਟ ਹੈ। 3 ਸਾਲ ਦਾ ਡਿਪਲੋਮਾ 10ਵੀਂ ਤੋਂ ਬਾਅਦ, ਚਾਹੇ ਉਹ ਸਿਵਲ ਜਾਵੇ, ਇਲੈਕਟ੍ਰੀਕਲ ਜਾਵੇ, ਮਕੈਨੀਕਲ ਜਾਵੇ, ਇਲੈਕਟ੍ਰੋਨਿਕਸ ਹੈ, ਕੰਪਿਊਟਰ ਹੈ, ਆਟੋਮੋਬਾਈਲ ਹੈ, ਫਾਰਮੇਸੀ ਹੈ, ਆਰਕੀਟੈਕਚਰ ਹੈ, ਕੈਮੀਕਲ ਹੈ, ਬੜੇ ਖੇਤਰ ਨੇ ਇਹਦੇ 'ਚ। ਉਹ ਜਦੋਂ ਡਿਪਲੋਮਾ ਕਰਦਾ ਤਾਂ ਉਹਨੂੰ ਇੱਕ ਜੂਨੀਅਰ ਇੰਜੀਨੀਅਰ ਦਾ ਟੈਗ ਲੱਗਦਾ। ਉਸ ਤੋਂ ਅੱਗੇ ਜਦੋਂ ਡਿਪਲੋਮਾ ਪੂਰਾ ਕਰ ਲੈਂਦਾ, ਫਿਰ ਕੈਰੀਅਰ ਦੇ ਕਈ ਆਪਸ਼ਨ ਬਣ ਜਾਂਦੇ। ਜਾਂ ਤਾਂ ਉਸ ਖੇਤਰ ਵਿੱਚ ਜੌਬ ਕਰ ਸਕਦਾ, ਅੱਛਾ ਜੀ, ਜਾਂ ਉਸ ਖੇਤਰ ਵਿੱਚ ਆਪਣਾ ਰੁਜ਼ਗਾਰ ਖੋਲ ਸਕਦਾ, ਐਂਟਰਪ੍ਰੀਨਿਓਰ ਬਣ ਸਕਦਾ, ਆਪਣਾ ਕੋਈ ਵੀ ਕੰਮ ਚਲਾ ਸਕਦਾ ਹੈ। ਜਾਂ ਜੇ ਉਹ ਹਾਇਰ ਸਟੱਡੀ ਵੱਲ ਜਾਣਾ ਚਾਹੁੰਦਾ 10ਵੀਂ ਤੋਂ ਬਾਅਦ, ਤਾਂ ਫਿਰ ਉਸ ਨੂੰ BTech ਵਿੱਚ ਸਿੱਧੀ ਐਡਮਿਸ਼ਨ ਮਿਲ ਜਾਂਦੀ ਹੈ, ਜਿੱਥੇ ਉਹ ਆਪਣੇ ਉਹੀ ਜਿਹੜੇ ਚੁਣੇ ਹੋਏ ਕੈਰੀਅਰ 'ਚ ਅੱਗੇ ਪਰਸਿਊ ਕਰ ਸਕਦਾ। ਫਿਰ ਮਾਸਟਰਸ, PhD ਕਰ ਸਕਦਾ ਹੈ, ਫਿਰ ਬੈਂਕਿੰਗ ਸੈਕਟਰ 'ਚ ਐਗਜ਼ਾਮ ਦੇ ਸਕਦਾ ਹੈ ਕਿਉਂਕਿ ਉਹਨੇ ਬੇਸਿਕ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ, ਫਿਰ ਉਹ IAS PCS ਦੇ ਐਗਜ਼ਾਮ ਦੇ ਸਕਦਾ ਹੈ। ਸੋ ਬੜੇ ਰਸਤੇ ਖੁੱਲ ਜਾਂਦੇ ਨੇ ਜਿਹੜੇ ਜਾਣਾ। ਸੋ 10ਵੀਂ 12ਵੀਂ ਤੋਂ ਬਾਅਦ ਇਹ ਹੈ ਕਿ ਉਸ ਨੂੰ ਆਪਣੇ ਜਿਹੜੇ ਵੀ ਆਪਣੇ ਉਹਦੇ 'ਚ ਹੁਨਰ ਹੈ, ਮਜ਼ਬੂਤ ਪੱਖ ਹੈ, ਉਸ ਦੇ ਉੱਤੇ ਕੰਮ ਕਰਨਾ ਚਾਹੀਦਾ ਤਾਂ ਕਿ ਉਹ ਅੱਗੇ ਜਾ ਸਕੇ। ਕਈ ਵਾਰ ਹੁੰਦਾ ਹੈ ਕਿ 10ਵੀਂ ਦੇ ਵਿੱਚ ਜਿਹੜੇ ਸਾਡੇ ਪਰਸੈਂਟੇਜ ਹੁੰਦੇ ਮਾਰਕਸ ਦੀ, ਉਹ ਵੀ ਦੇਖੀ ਜਾਂਦੀ ਹੈ ਕਿ ਤੁਸੀਂ ਇਹ ਵਿਸ਼ਾ ਚੁਣ ਸਕਦੇ ਹੋ, ਇਹ ਵਿਸ਼ਾ ਨਹੀਂ ਚੁਣ ਸਕਦੇ। ਕਿੰਨੀ ਕੁ ਪਰਸੈਂਟੇਜ ਜਿਹੜੀ ਹੈਗੀ ਮਾਇਨੇ ਰੱਖਦੀ ਹੈ ਜੇਕਰ ਪੋਲੀਟੈਕਨਿਕ ਜਾਂ ITI ਦੇ ਵਿੱਚ ਜਾਣਾ ਚਾਹੁੰਦੇ ਨੇ ਬੱਚੇ?
ਦੇਖੋ 10ਵੀਂ ਚੋਂ ਅੱਜ ਕੱਲ੍ਹ ਜਿਵੇਂ ਪੋਲੀਟੈਕਨਿਕ ਆਈਟੀ ਵਿੱਚ ਹੈ, ਇਹਦੇ ਵਿੱਚ ਬੇਸਿਕਸ ਜਿਹੜੇ ਸਬਜੈਕਟਸ ਹਨ, ਫਿਜ਼ਿਕਸ, ਕੈਮਿਸਟਰੀ, ਮੈਥਸ, ਜੀ ਇਹ 3 ਸਬਜੈਕਟ ਹੈ ਜਿਹਦੇ ਚ ਪਾਸ ਹੋਣਾ ਚਾਹੀਦਾ ਹੈ। ਚੌਥਾ ਇੰਗਲਿਸ਼। ਅੱਛਾ ਇਹ ਦੇਖਿਆ ਜਾਂਦਾ ਹੈ ਕਿਉਂਕਿ ਜ਼ਿਆਦਾਤਰ ਹਾਇਰ ਸਟੱਡੀ ਹੁਣ ਤਾਂ ਬਹੁਤ ਹੀ ਰੀਜਨਲ ਲੈਂਗੁਏਜਸ ਦੀ ਕਿਤਾਬਾਂ ਆ ਗਈਆਂ ਜਾਂ ਕੰਮ ਹੋ ਰਿਹਾ ਹੈ, ਲੇਕਿਨ ਅਜੇ ਵੀ ਜਿਹੜੇ ਅੱਛੀਆਂ ਕਿਤਾਬਾਂ ਜਾਂ ਅੱਛੇ ਪ੍ਰੋਜੈਕਟਸ ਨੇ ਉਹ ਅੰਗਰੇਜ਼ੀ ਦੇ ਵਿੱਚ ਨੇ। ਸੋ ਬੱਚੇ 4 ਸਬਜੈਕਟ ਜਿਹੜੇ ਆ ਉਹਦੇ ਚ ਦੇਖਦੇ ਵੀ ਉਹਦੇ ਚ ਪਰਸੈਂਟੇਜ ਘੱਟੋ ਘੱਟ ਬੱਚਾ ਉਹਦੇ ਚ ਅੱਛੇ ਸਕੋਰ 60% ਹੋਣ। ਅੱਛਾ ਜੀ। ਜੇ ਬੱਚੇ ਦੇ ਕੁਝ ਘੱਟ ਵੀ ਹੈ ਤਾਂ ਉਹਦੇ ਚ ਇੰਪਰੂਵ ਕਰ ਸਕਦਾ ਹੈ। ਇਹ ਸਬਜੈਕਟ ਦੇਖੇ ਜਾਂਦੇ ਆ। ਜੇ ਬੱਚੇ ਨੇ ਕੋਈ ਹੋਰ ਖੇਤਰ ਲੈਣਾ, ਜਿਸ ਤਰ੍ਹਾਂ ਕੋਈ ਮਿਊਜ਼ਿਕ ਦੇ ਖੇਤਰ ਜਾਣਾ ਚਾਹੁੰਦਾ ਹੈ, ਕੋਈ ਹੋਰ ਫੀਲਡ ਚੁਣਨਾ ਚਾਹੁੰਦਾ ਤਾਂ ਉਸ ਸਬਜੈਕਟ ਦੇ ਵਿੱਚ ਉਹਦੇ ਘੱਟੋ ਘੱਟ ਇੰਨੇ ਮਾਰਕਸ ਹੋਣੇ ਚਾਹੀਦੇ ਆ। ਕਿਉਂਕਿ ਜੇ ਅਸੀਂ ਬਹੁਤ ਟੌਪ ਦੇ ਇੰਸਟੀਟਿਊਸ਼ਨਸ ਜਦੋਂ ਐਡਮਿਸ਼ਨ ਲੈਣੀ ਹੈ, ਕੋਈ ਦਿੱਲੀ ਦੇ ਇੰਸਟੀਟਿਊਸ਼ਨਸ ਹੈ, ਕੋਈ ਸਾਡੇ ਟੌਪ ਦੇ ਮੁੰਬਈ ਦੇ ਇੰਸਟੀਟਿਊਸ਼ਨਸ ਹੈ, ਉਹਦੇ ਵਿੱਚ ਫਿਰ ਪਰਸੈਂਟੇਜ ਤਾਂ ਚੁਣੀ ਜਾਂਦੀ ਹੈ। ਅਗਰ ਤੁਸੀਂ ਉੱਥੇ ਜਾ ਕੇ BA ਕਰਨਾ ਚਾਹੁੰਦੇ ਹੋ, BCom ਕਰਨਾ ਚਾਹੁੰਦੇ ਹੋ, ਟੌਪ ਦੇ ਜਿਹੜੇ ਕਮਰਸ ਦੇ ਕਾਲਜਸ ਨੇ, ਫਿਰ ਉੱਥੇ ਤਾਂ ਕਈ ਵਾਰੀ 95% ਵੀ ਘੱਟ ਹੋ ਜਾਂਦੇ ਨੇ ਉਹ ਨੰਬਰ ਉਹਨਾਂ ਨੂੰ ਉੱਥੇ, ਕਿਉਂਕਿ ਮੈਰਿਟ ਲਿਸਟ ਬਣਦੇ, ਸੀਟਾਂ ਲਿਮਿਟਡ ਹੁੰਦੀਆਂ। ਲੇਕਿਨ ਜੇ ਅਸੀਂ ਇੱਕ ਵਿਦਿਆਰਥੀ ਨੂੰ ਜਿਸ ਵਿਸ਼ੇ ਵਿੱਚ ਵੀ ਉਹ ਕਰ ਰਿਹਾ ਹੈ, ਘੱਟੋ ਘੱਟ 60% ਮੈਂ ਸਮਝਦਾ ਕਿ ਘੱਟ ਹੋਣੇ ਚਾਹੀਦੇ ਤਾਂ ਕਿ ਬੱਚਾ ਅੱਗੇ ਬਾਰੇ ਸੋਚ ਸਕਦਾ। ਜੀ ਜੀ। ਔਰ ਜਦੋਂ ਅਸੀਂ ਆਮ ਦੇਖਦੇ ਹਾਂ ਲੋਕਾਂ ਦੇ ਵਿੱਚ, ਅਸੀਂ ਸਮਾਜਿਕ ਤੌਰ ਤੇ ਵਿਚਰਦੇ ਹਾਂ ਤਾਂ ਕਹਿੰਦੇ ਨੇ ਕਿ ਵਕੀਲ ਦਾ ਪੁੱਤ ਵਕੀਲ ਹੀ ਬਣਦਾ ਹੈ, ਡਾਕਟਰ ਦਾ ਪੁੱਤ ਡਾਕਟਰ ਹੀ ਬਣਦਾ ਹੈ। ਸੋ ਇਹ ਜਿਹੜੀ ਧਾਰਨਾ ਅੱਜ ਦੇ ਦਿਨ ਵੱਧਦੀ ਜਾ ਰਹੀ ਹੈ, ਕੀ ਕਾਰਨ ਹੈ? ਦੇਖੋ ਜੀ, ਇੱਕ ਡਾਕਟਰ ਜਦੋਂ ਬਣਦਾ ਨਾ, ਉਹਨੂੰ ਬਹੁਤ ਪੜ੍ਹਾਈ ਕਰਨੀ ਪੈਂਦੀ ਹੈ। ਉਹ ਫਿਰ ਇੱਕ ਵੱਡਾ ਹਸਪਤਾਲ ਕਰੋੜਾਂ ਰੁਪਏ ਖਰਚ ਕੇ ਇਨਵੈਸਟ ਕਰਕੇ ਬਣਾਉਂਦਾ। ਇਹਦੇ ਵਿੱਚ ਇਨਵੈਸਟਮੈਂਟ ਭਾਰੂ ਹੈ, ਮੈਂ ਕਹਿਣਾ ਚਾਹੁੰਦਾ। ਉਹ ਜਦੋਂ ਖਰਚਦਾ ਤਾਂ ਉਹਨੂੰ ਲੱਗਦਾ ਹੈ ਕਿ ਮੇਰਾ ਇੰਨਾ ਸਾਮਰਾਜ ਖੜਾ ਕੀਤਾ ਹੋਇਆ, ਜੇ ਮੇਰਾ ਪੁੱਤਰ ਜਾਂ ਮੇਰੀ ਬੇਟੀ ਇੱਧਰ ਆ ਜਾਏ ਤਾਂ ਇਸ ਨੂੰ ਸਾਂਭ ਸਕਦਾ। ਇਹਦੇ 'ਚ ਕੋਈ ਬੁਰਾਈ ਨਹੀਂ ਮੈਂ ਸਮਝਦਾ। ਜੇ ਵਕੀਲ ਸਮਝਦਾ ਹੈ ਕਿ ਜੇ ਉਹਦੇ ਕੋਲ ਗੁਰ ਮੰਤਰ ਨੇ, ਉਹਨੂੰ ਇਸ ਤਰ੍ਹਾਂ ਦੀ ਟੈਕਨੀਕਸ ਪਤਾ ਜਿਹਦੇ ਨਾਲ ਉਹ ਕੇਸ ਜਿੱਤ ਲੈਂਦਾ ਹੈ ਜਾਂ ਉਸਨੇ ਕੰਮ ਕੀਤਾ ਹੈ, ਤਾਂ ਆਪਣੇ ਬੇਟੇ ਨੂੰ ਦੱਸੇ ਤਾਂ ਇਹਦੇ 'ਚ ਕੋਈ ਬੁਰਾਈ ਨਹੀਂ ਹੈ। ਬੁਰਾਈ ਉਦੋਂ ਪੈਂਦੀ ਹੈ ਵੀ ਜਦੋਂ ਅਸੀਂ ਉਸ ਨੂੰ ਜ਼ਬਰਦਸਤੀ ਕਹਿੰਦੇ, ਉਹ ਨਹੀਂ ਜਾਣਾ ਚਾਹੁੰਦਾ ਤੇ ਅਸੀਂ ਉਹਨੂੰ ਕਹਿੰਦੇ ਕਿ ਤੂੰ ਮੇਰੇ ਵਾਲਾ ਹੀ ਵਿਸ਼ਾ ਚੁਣੋ। ਜੇ ਮਹਾਤਮਾ ਬੁੱਧ ਤੇ ਜ਼ਬਰਦਸਤੀ ਕੀਤੀ ਹੁੰਦੀ ਤੇ ਰਾਜਾ ਸ਼ਸ਼ੋਧਨ ਜਿਹੜੇ ਉਹਦੇ ਪਿਤਾ ਸੀ, ਉਸ ਦੀ ਗੱਦੀ ਤੇ ਬਹਿ ਜਾਂਦਾ, ਸਾਨੂੰ ਨਾ ਬੁੱਧ ਧਰਮ ਮਿਲਣਾ ਸੀ, ਨਾ ਉਸ ਦਾ ਫਲਸਫਾ ਮਿਲਣਾ ਸੀ। ਇਸ ਲਈ ਬਹੁਤ ਜ਼ਰੂਰੀ ਹੈ ਵੀ ਜਿਸ ਖੇਤਰ 'ਚ ਬੱਚੇ ਦਾ ਇੰਟਰਸਟ ਹੈ, ਹਾਂ, ਜੇ ਉਹ ਆਪਣਾ ਪਿਤਾ ਪੁਰਖੀ 'ਚ ਜਾਂ ਆਪਣੇ ਕੈਰੀਅਰ 'ਚ ਜਾਣਾ ਚਾਹੁੰਦਾ ਹੈ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਇੱਕ ਉਧਰ 'ਚ ਉਹਨੂੰ ਜ਼ਿਆਦਾ ਗਾਈਡੈਂਸ ਵਧੀਆ ਮਿਲ ਸਕਦੀ ਹੈ, ਉਹਦਾ ਤਜਰਬਾ ਉਹਨਾਂ ਦੇ ਪੇਰੈਂਟਸ ਦਾ ਕੰਮ ਆ ਸਕਦਾ। ਲੇਕਿਨ ਜਿਸ ਵਿਸ਼ੇ 'ਚ ਉਹ ਫਰੀਲੀ ਚਾਹੁੰਦਾ ਮਾਈਂਡ, ਇਸ ਲਈ ਤਾਂ ਕੈਰੀਅਰ ਗਾਈਡੈਂਸ ਦੀ ਗੱਲ ਹੁੰਦੀ, ਕਾਉਂਸਲਿੰਗ, ਉਧਰ ਕਿੱਧਰ ਜਾਣਾ ਚਾਹੁੰਦਾ ਤੇ ਅਸੀਂ ਉਧਰ ਸਪੋਰਟ ਕਰਨੀ ਚਾਹੀਦੀ ਹੈ। ਔਰ ਕਈ ਵਾਰ ਇਹ ਹੀ ਹੁੰਦਾ ਕਿ ਜਿੱਦਾਂ ਜ਼ਬਰਦਸਤੀ ਦੀ ਤੁਸੀਂ ਗੱਲ ਕੀਤੀ ਹੈ, ਅਕਸਰ ਹੀ ਬੱਚਿਆਂ ਦੇ ਨਾਲ ਉਹਨਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਕਿ ਨਹੀਂ ਤੁਸੀਂ ਸਬਜੈਕਟ ਆਹੀ ਚੂਜ਼ ਕਰਨੇ ਆ। ਬੱਚਿਆਂ ਦੀਆਂ ਜਿਹੜੀਆਂ ਉਹ ਮਨਵਿਰਤੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਦੇਖੀਆਂ ਜਾਂਦੀਆਂ, ਪਹਿਚਾਣੀਆਂ ਨਹੀਂ ਜਾਂਦੀਆਂ। ਫਿਰ ਇੱਥੇ ਕੈਰੀਅਰ ਗਾਈਡੈਂਸ ਜਾਂ ਕਾਉਂਸਲਿੰਗ ਕਿਵੇਂ ਕੰਮ ਕਰਦੀ ਹੈ? ਦੇਖੋ ਜੀ, ਐਕਚੁਅਲੀ ਅਗਰ ਤਾਂ ਪੇਰੈਂਟਸ ਕਈ ਵਾਰੀ ਕੀ ਕਰਦੇ ਆ, ਸਾਰੇ ਪਾਸੇ ਦੇਖਿਆ ਜਾਂਦਾ ਜੋ ਬੱਚਿਆਂ ਦਾ ਰੁਝਾਨ ਹੁੰਦਾ ਨਾ, ਉਹ ਪਲੇਸਮੈਂਟ ਤੇ ਬਹੁਤ ਨਿਰਭਰ ਕਰਦਾ ਵੀ ਜਿਸ ਖੇਤਰ ਵਿੱਚ ਰਿਸਕ ਘੱਟ ਹੈ, ਪਲੇਸਮੈਂਟ ਜ਼ਿਆਦਾ ਹੈ, ਵੀ ਜਿੱਥੇ ਨੌਕਰੀ ਦੀ ਸੰਭਾਵਨਾ ਵਧੇਰੇ ਹੈ, ਉਹ ਵਿਸ਼ੇ ਚੁਣੇ ਜਾਂਦੇ। ਪੇਰੈਂਟਸ ਵੀ ਗਾਈਡ ਕਰਦੇ ਆ ਵੀ ਤੁਸੀਂ ਇੱਧਰ ਜਾਓ। ਜਿਸ ਤਰ੍ਹਾਂ ਆਰਮੀ ਵਿੱਚ ਪਹਿਲਾਂ ਬਹੁਤ ਜ਼ਿਆਦਾ ਰੁਝਾਨ ਹੁੰਦਾ ਸੀ, ਹੁਣ ਆਰਮੀ ਵਿੱਚ ਰੁਝਾਨ ਕਾਫੀ ਘਟ ਗਿਆ ਹੈ। ਇਸੇ ਤਰ੍ਹਾਂ ਹੀ ਇੰਜੀਨੀਅਰਿੰਗ ਦੇ ਖੇਤਰ ਵਿੱਚ ਜਦੋਂ ਅਸੀਂ ਅੱਗੇ ਡਿਪਲੋਮਾ ਬੱਚਾ ਪਾਸ ਕਰਦਾ ਸੀ, ਹਰ ਇੱਕ ਕੋਲ 2-2 ਪਲੇਸਮੈਂਟ ਆਫਰ ਹੁੰਦੇ ਸੀ, ਉਹ ਜਾ ਸਕਦਾ ਸੀ ਇੱਧਰ। ਸੋ ਇੱਧਰ ਬਹੁਤ ਸੰਭਾਵਨਾ ਸੀ। ਇਹ ਸਾਰਾ ਖੇਲਾ ਮੈਡਮ ਡਿਮਾਂਡ ਤੇ ਸਪਲਾਈ ਦਾ ਹੈ। ਅੱਛਾ, ਜੇ ਡਿਮਾਂਡ ਜ਼ਿਆਦਾ ਹੈ, ਸਪਲਾਈ ਘੱਟ ਹੈ, ਤਾਂ ਫਿਰ ਤੁਹਾਡਾ ਰੁਝਾਨ ਬਹੁਤ ਵਧੀਆ ਹੈ, ਉਸ ਖੇਤਰ 'ਚ ਜਾਣਾ ਚਾਹੀਦਾ। ਜੇ ਡਿਮਾਂਡ ਬਹੁਤ ਘੱਟ ਹੈ ਤੇ ਸਪਲਾਈ ਬਹੁਤ ਜ਼ਿਆਦਾ ਹੈ, ਤਾਂ ਫਿਰ ਉੱਥੇ ਇਹ ਰੁਝਾਨ ਘਟ ਜਾਂਦਾ ਹੈ। ਸੋ ਇਸ ਲਈ ਜ਼ਰੂਰਤ ਹੈ ਸਰਕਾਰ ਨੂੰ ਵੀ, ਵੱਡੇ ਵੱਡੇ ਅਦਾਰਿਆਂ ਨੂੰ ਵੀ ਉਹ ਡਿਮਾਂਡ ਸਪਲਾਈ ਨੂੰ ਬੈਲੈਂਸ ਕੀਤਾ ਜਾਵੇ। ਜਿਸ ਖੇਤਰ ਵਿੱਚ ਅਸੀਂ ਅਗਰ ਬੈਲੈਂਸ ਕਰਕੇ ਚੱਲਾਂਗੇ ਤਾਂ ਬੱਚਿਆਂ ਨੂੰ ਨੌਕਰੀ ਦੀ ਪ੍ਰੋਬਲਮ ਨਹੀਂ ਆਏਗੀ। ਉਸ ਵਿਸ਼ੇ 'ਚ ਜਿੱਥੇ ਉਹ ਜਾਣਾ ਚਾਹੁੰਦਾ ਉਹ ਜਾ ਸਕਦਾ। ਉਸਨੇ ਫਿਰ ਉਹ ਪੇਰੈਂਟ ਨੂੰ ਨਹੀਂ ਲੱਗੇਗਾ ਨਹੀਂ ਤੂੰ ਆ ਫਿਲਮ ਲਾਈਨ 'ਚ ਨਹੀਂ ਜਾਣਾ, ਇੱਥੇ 30 ਸਾਲ 'ਚ ਕਈ ਬੰਦੇ ਸਫਲ ਹੁੰਦੇ, ਕਈ ਨਹੀਂ ਹੁੰਦੇ। ਕਈ ਉਹ ਕਹਿੰਦੇ ਕਿ ਡਰਾਮੇ ਨਹੀਂ ਕਰਨੇ, ਸਟੇਜ ਆਰਟਿਸਟ ਦੀ ਕੋਈ ਲਾਈਫ ਨਹੀਂ ਹੈ, ਉਹ ਸਾਰੀ ਉਮਰ ਸਟਰਗਲ ਕਰ ਲਾ। ਲੇਕਿਨ ਕਈ ਉਹ 'ਚ ਬਹੁਤ ਅੱਗੇ ਚਲੇ ਜਾਂਦੇ ਨੇ, ਬਹੁਤ ਕੰਮ ਕਰਦੇ ਨੇ, ਤਾਂ ਉਸ ਨੂੰ ਖੁੱਲ੍ਹ ਕੇ ਉਹ ਕਰ ਸਕਦਾ ਜਿੱਥੇ ਉਹਨੂੰ ਇਹ ਖਤਰਾ ਨਹੀਂ ਹੈ ਡਿਮਾਂਡ ਸਪਲਾਈ ਦਾ, ਉਹਨੂੰ ਪਤਾ ਉਹਨੂੰ ਰਸਤਾ ਉਹਨੂੰ ਮਿਲ ਜਾਏਗਾ। ਔਰ ਡਾਕਟਰ ਸਾਹਿਬ, ਕਈ ਵਾਰ ਹੁੰਦਾ ਹੈ ਨਾ ਕਿ ਜਿੱਦਾਂ ਅਸੀਂ ਇੱਕ ਸਾਡੇ ਮਨ ਦੇ ਵਿੱਚ ਧਾਰਨਾ ਬਣ ਜਾਂਦੀ ਹੈ, ਮੇਰੀ ਸਹੇਲੀ ਨੇ ਕਮਰਸ ਰੱਖੀ ਹੈ ਤੇ ਮੈਂ ਵੀ ਕਮਰਸ ਰੱਖਣੀ ਹੈ, ਮੇਰਾ ਦੋਸਤ ਇੰਜੀਨੀਅਰ ਕਰਨ ਲੱਗਾ ਹੈ ਤੇ ਮੈਂ ਵੀ ਇੰਜੀਨੀਅਰ ਕਰਨਾ ਹੈ। ਕਈ ਵਾਰ ਆਪਾਂ ਆਲੇ ਦੁਆਲੇ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਸਾਡਾ ਗੁਆਂਢੀਆਂ ਦਾ ਪੁੱਤ ਆਹ ਕੰਮ ਕਰਦਾ ਹੈ ਤੇ ਅਸੀਂ ਵੀ ਆਪਣੇ ਬੱਚੇ ਤੋਂ ਆਹੀ ਕਰਵਾਉਣਾ ਹੈ। ਉਹਨੇ ਨਾਨ ਮੈਡੀਕਲ ਦੇ ਵਿੱਚ ਇੰਨੇ ਪਰਸੈਂਟੇਜ ਰੱਖਿਆ ਤੇ ਅਸੀਂ ਵੀ ਇੰਨੇ ਹੀ ਪਰਸੈਂਟੇਜ ਲੈ ਕੇ ਆਉਣੇ ਆ ਨਾਨ ਮੈਡੀਕਲ ਦੀ ਫੀਲਡ ਦੇ ਵਿੱਚੋਂ।
ਇਹ ਸਭ ਜਿਹੜੀਆਂ ਗੱਲਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਬੱਚੇ ਉੱਤੇ ਹਾਵੀ ਬਣ ਜਾਂਦੀਆਂ ਨੇ ਤੇ ਬੱਚਾ ਆਪਣੇ ਮਨਪਸੰਦੀ ਦਾ ਜਿਹੜੇ ਸਬਜੈਕਟ ਹੈ ਉਹ ਚੂਜ਼ ਨਹੀਂ ਕਰ ਪਾਉਂਦਾ। ਫਿਰ ਇੱਥੇ ਜਿਹੜੀ ਕੈਰੀਅਰ ਗਾਈਡੈਂਸ ਹੈ ਉਹ ਕਿਵੇਂ ਸਹਾਇਤਾ ਕਰਦੀ ਹੈ ਔਰ ਬੱਚੇ ਨੂੰ ਕੀ ਖਿਆਲ ਰੱਖਣਾ ਚਾਹੀਦਾ ਹੈ, ਵਿਦਿਆਰਥੀ ਨੂੰ ਕੀ ਆਪਣੇ ਸਬਜੈਕਟ ਜਿਹੜੇ ਚੂਜ਼ ਕਰਨ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ? ਮੇਰੇ ਕੋਲ ਕਈ ਵਾਰੀ ਪੇਰੈਂਟਸ ਵੀ ਆਉਂਦੇ ਨੇ, ਬੱਚੇ ਵੀ ਆਉਂਦੇ ਆ, ਉਹ ਕੈਰੀਅਰ ਦੀਆਂ ਟਿਪਸ ਪੁੱਛਦੇ ਨੇ ਵੀ ਕੀ ਕਰਨਾ ਚਾਹੀਦਾ। ਪਹਿਲਾਂ ਤਾਂ ਮੈਂ ਉਹਨੂੰ ਕਹਿੰਦਾ ਵੀ ਕਦੇ ਵੀ ਕੋਈ ਵੀ ਕੈਰੀਅਰ ਜਾਂ ਵਿਸ਼ਾ ਦਬਾਅ ਹੇਠ ਨਹੀਂ ਚੁਣਨਾ, ਪ੍ਰੈਸ਼ਰ ਨਹੀਂ। ਉਹ ਪ੍ਰੈਸ਼ਰ ਚਾਹੇ ਮਾਂ-ਬਾਪ ਦਾ ਹੋਵੇ, ਚਾਹੇ ਕਿਸੇ ਅਧਿਆਪਕਾਂ ਦਾ ਹੋਵੇ, ਜਾਂ ਵੀ ਆਹ ਖੇਤਰ ਵੀ ਤੂੰ ਚੁਣਨਾ ਹੀ ਚੁਣਨਾ, ਉਹ ਨਹੀਂ ਚੁਣਨਾ। ਸੈਕੰਡ ਹੈ ਵੀ ਸਫਲ ਵਿਅਕਤੀਆਂ ਨੂੰ ਦੇਖ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਧਰ 'ਚ ਮੇਰਾ ਦੋਸਤ ਜਾਂ ਮੇਰੀ ਸਹੇਲੀ ਜਿਹੜੀ ਉਹ ਕਾਮਯਾਬ ਹੈ ਤਾਂ ਮੈਂ ਵੀ ਹੋ ਜਾਵਾਂਗਾ, ਇਹ ਜ਼ਰੂਰੀ ਨਹੀਂ ਹੈ। ਵੀ ਜਿਸ ਖੇਤਰ 'ਚ ਤੁਹਾਡਾ ਦੋਸਤ ਕਾਮਯਾਬ ਹੋਇਆ, ਤੁਹਾਡਾ ਰਿਸ਼ਤੇਦਾਰ ਕਾਮਯਾਬ ਹੋਇਆ, ਤੁਸੀਂ ਵੀ ਉਸ ਖੇਤਰ 'ਚ ਕਾਮਯਾਬ ਹੋ, ਇਹ ਜ਼ਰੂਰੀ ਨਹੀਂ। ਦੂਸਰੀ ਗੱਲ ਹੈ ਵੀ ਜਿਹੜਾ ਵੀ ਕੈਰੀਅਰ ਆਪਸ਼ਨ ਚੁਣੋ, ਵੀ ਉੱਧਰ ਜਾਣਾ ਚਾਹੋ, ਉਸ ਦੀ ਸਮੁੱਚੀ ਜਾਣਕਾਰੀ ਹਾਸਲ ਕਰੋ, ਪੂਰੀ ਕੰਪਲੀਟ। ਉਸ ਦੇ ਖੇਤਰ ਵਿੱਚ ਜਿਹੜੇ ਸਫਲ ਹੋਏ ਵਿਅਕਤੀਆਂ, ਉਹਨਾਂ ਦੀ ਜੀਵਨੀਆਂ ਪੜ੍ਹ ਸਕਦੇ ਆ ਜਾਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ। ਅਗਰ ਤੁਹਾਡੇ ਨੋਨ ਹੈ, ਕੋਈ ਜਾਣਕਾਰੀ ਹੈ, ਉਹਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। ਸੋ ਕੈਰੀਅਰ ਦੇ ਵਿੱਚ ਸਭ ਤੋਂ ਵੱਡੀ ਗੱਲ ਹੋਰ ਹੈ ਇੱਕ ਵੀ ਆਪਣੇ ਸੁਭਾਅ ਦੇ ਅਨੁਕੂਲ ਤੁਹਾਡਾ ਐਟੀਟਿਊਡ। ਕਈ ਬੰਦੇ ਕਿਸੇ ਥੱਲੇ ਕੰਮ ਨਹੀਂ ਕਰ ਸਕਦੇ, ਉਹਨੂੰ ਥੋੜੀ ਜਿਹੀ ਗੱਲ ਸਹਿਣ ਨਹੀਂ ਕਰ ਸਕਦੇ, ਉਹ ਬੰਦੇ ਜੌਬ ਦੇ ਲਾਇਕ ਨਹੀਂ ਹੈ। ਉਹਨਾਂ ਨੂੰ ਆਪਣਾ ਫ੍ਰੀਲਾਂਸਿੰਗ ਕੰਮ ਕਰਨੀ ਚਾਹੀਦੀ, ਆਪਣਾ ਰੁਜ਼ਗਾਰ ਖੋਲ੍ਹਣ, ਆਪਣਾ ਖਿੱਤਾ ਚਲਾਉਣਾ ਚਾਹੀਦਾ, ਵੀ ਤੁਹਾਡੇ ਅੰਡਰ ਬੰਦੇ ਕੰਮ ਕਰਨ ਜੀ। ਇਸੇ ਤਰ੍ਹਾਂ ਇੱਕ ਹੈ ਵੀ ਤੁਹਾਡੇ ਮਜ਼ਬੂਤ ਪੱਖ ਕਿਹੜੇ ਨੇ, ਵੀ ਜਿਹੜੇ ਤੁਸੀਂ ਸਟਰੋਂਗ ਹੋ ਉਸ ਖੇਤਰ ਨੂੰ ਚੁਣੋ। ਜਿਹੜੇ ਤੁਹਾਡੇ ਵੀਕ ਆ ਉਹਨੂੰ ਆਪਾਂ ਮਿਨੀਮਾਈਜ਼ ਕਰੀਏ ਤਾਂ ਹੀ ਆਪਾਂ ਅੱਗੇ ਚੱਲੀਏ, ਇਹ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਹੁਣ ਕਿਸੇ ਬੱਚਾ ਕਮਿਊਨੀਕੇਸ਼ਨ ਸਕਿੱਲ 'ਚ ਬਹੁਤ ਵੀਕ ਹੈ ਤੇ ਆਪਾਂ ਨੂੰ ਕਹੇ ਵੀ ਨਹੀਂ ਤੂੰ ਸਾਡੇ ਜਿਹੜੀ ਹੈ ਨੋਨ ਹੈ ਕਮਲਪ੍ਰੀਤ ਆ, ਉਹ ਐਂਕਰ ਬਣੀ ਹੈ, ਤੁਸੀਂ ਵੀ ਐਂਕਰ ਬਣ ਜਾਓ। ਸੋ ਇਸ ਤਰ੍ਹਾਂ ਨਹੀਂ ਆਪਾਂ ਐਂਕਰ, ਜੇ ਉਹ ਕਮਿਊਨੀਕੇਸ਼ਨ ਸਕਿੱਲ 'ਚੋਂ ਖੜੇ ਨਹੀਂ ਹੋ ਸਕਦੇ, ਉਹਦੇ ਸਟੇਜ ਤੇ ਚੜ੍ਹਦੇ ਲੱਤਾਂ ਕੰਬਦੀਆਂ, ਤਾਂ ਸ਼ਾਇਦ ਉਹ ਕਾਮਯਾਬ ਨਾ ਹੋਏ। ਸੋ ਇਹਦੇ 'ਚ ਜਿਸ ਉਹਦੇ ਖੇਤਰ 'ਚ ਮੁਹਾਰਤ ਹੈ ਉਹਦੇ 'ਚ ਕਰਨਾ ਹੈ, ਤੇ ਇਸ ਲਈ ਕਾਉਂਸਲਿੰਗ ਮਦਦ ਕਰਦੀ ਹੈ ਜੀ। ਬਹੁਤ ਹੀ ਵਿਸ਼ੇਸ਼ ਗੱਲਾਂ ਹੋ ਰਹੀਆਂ ਨੇ, ਬਹੁਤ ਵੱਡਮੁੱਲੀ ਅਸੀਂ ਜਾਣਕਾਰੀ ਹਾਸਲ ਕਰ ਰਹੇ ਹਾਂ ਡਾਕਟਰ ਸਾਹਿਬ ਪਾਸੋਂ। ਫਿਲਹਾਲ ਵੇਲਾ ਹੋ ਚੁੱਕਿਆ ਹੈ ਗੀਤ ਦਾ, ਤੇ ਗੀਤ ਤੋਂ ਬਾਅਦ ਫਿਰ ਅਸੀਂ ਗੱਲਾਂ ਕਰਾਂਗੇ ਤੇ ਚਰਚਾ ਹੋਏਗੀ ਇਸ ਵਿਸ਼ੇ ਉੱਤੇ। ਰੋਂਦੇ ਨੈਣ ਨਾ ਮਿਲਦੀ ਕੋਈ,
ਗੁਲਾਬ ਗੜੀਆਂ ਇਹਨੇ ਲੁੱਟਿਆ, ਰਾਜਾ ਮਾਰ ਮੁਕਾ ਕੇ ਸੁੱਟਿਆ। ਗੁਲਾਬ ਗੜੀਆਂ ਇਹਨੇ ਲੁੱਟਿਆ, ਰਾਜਾ ਮਾਰ ਮੁਕਾ ਕੇ ਸੁੱਟਿਆ। ਮਿਰਜ਼ੇ ਵਾਂਗੂ ਤੂੰ ਵੀ ਸੱਜਣਾ, ਮਿਰਜ਼ੇ ਵਾਂਗੂ ਤੂੰ ਵੀ ਸੱਜਣਾ, ਧੋਖਾ ਖਾਵੀਂ ਨਾ। ਕੰਨੀ ਮੁੰਦਰਾਂ ਪਾਵੀਂ ਨਾ, ਇਸ਼ਕ ਵਿੱਚ ਲੁੱਟਿਆ ਜਾਵੀਂ ਨਾ। ਕੰਨੀ ਮੁੰਦਰਾਂ ਪਾਵੀਂ ਨਾ, ਇਸ਼ਕ ਵਿੱਚ ਲੁੱਟਿਆ ਜਾਵੀਂ ਨਾ। ਮੁੜ ਤੋਂ ਸਵਾਗਤ ਕਰਦੇ ਹਾਂ। ਅਸੀਂ ਅੱਜ ਗੱਲ ਕਰ ਰਹੇ ਹਾਂ ਕਰੀਅਰ ਗਾਈਡੈਂਸ ਉੱਤੇ ਔਰ ਸਾਡੇ ਵਿਚਕਾਰ ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਔਰ ਡਾਕਟਰ ਸਾਹਿਬ, ਗੀਤ ਤੋਂ ਪਹਿਲਾਂ ਅਸੀਂ ਕਿਹਾ ਸੀ ਕਿ ਬੱਚਿਆਂ ਨੂੰ ਆਪਣੇ ਵਿਸ਼ਿਆਂ ਦੇ ਵਿੱਚ ਚੁਣਨ ਦੇ ਵਿੱਚ ਕਰੀਅਰ ਗਾਈਡੈਂਸ ਜਾਂ ਕਾਉਂਸਲਿੰਗ ਕਿਵੇਂ ਸਹਾਇਤਾ ਕਰਦੀ ਹੈ। ਇਸੇ ਤਰ੍ਹਾਂ ਹੀ ਕਾਲਜ ਜਾਂ ਯੂਨੀਵਰਸਿਟੀ ਦੀ ਆਪਾਂ ਚੋਣ ਕਰਨੀ ਹੁੰਦੀ ਹੈ। ਜਦੋਂ ਕਈ ਵਾਰ ਹੁੰਦਾ ਹੈ ਬੱਚਾ ਰਾਹ ਭਟਕ ਜਾਂਦਾ ਹੈ ਤੇ ਉਹਨੂੰ ਕੋਈ ਚੰਗਾ ਕਾਲਜ ਜਾਂ ਯੂਨੀਵਰਸਿਟੀ ਨਹੀਂ ਮਿਲਦੀ, ਤੇ ਉੱਥੇ ਕਰੀਅਰ ਗਾਈਡੈਂਸ ਕਿੱਦਾਂ ਉਹਦੀ ਸਹਾਇਤਾ ਕਰਦੀ ਹੈ? ਦੇਖੋ ਜੀ, ਆਖਦੇ ਨੇ ਵੈਲ ਬਿਗਨ ਇਜ਼ ਹਾਫ ਡਨ। ਜਦੋਂ ਅਸੀਂ ਚੁਣ ਲੈਂਦੇ ਪਹਿਲਾਂ ਵੀ ਅਸੀਂ ਇਸ ਖੇਤਰ ਵਿੱਚ ਜਾਣਾ ਹੈ, ਤਾਂ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਚਾਹੀਦਾ ਉਸ ਖੇਤਰ ਵਿੱਚ ਪ੍ਰਮੁੱਖ ਕਾਲਜ ਕਿਹੜੇ ਨੇ, ਯੂਨੀਵਰਸਿਟੀਆਂ ਕਿਹੜੀਆਂ, ਤਾਂ ਕਿ ਅਸੀਂ ਅਗਰ ਅੱਛਾ ਅਦਾਰਾ ਲਵਾਂਗੇ ਤਾਂ ਸਾਡਾ ਅੱਧਾ ਕੰਮ ਤਾਂ ਆਪਣੇ ਆਪ ਹੀ ਹੋ ਜਾਂਦਾ ਹੈ। ਹਾਂਜੀ, ਕਿਉਂਕਿ ਉੱਥੇ ਉਹਨੂੰ ਸਹੀ ਗਾਈਡੈਂਸ ਮਿਲੇਗੀ, ਸਹੀ ਉਹਦੇ ਕੋਲ ਟੀਚਰਸ ਹੋਣਗੇ ਜਿਹੜੇ ਤਜਰਬੇਕਾਰ ਵੀ ਹੋਣਗੇ, ਜਿਨ੍ਹਾਂ ਨੇ ਉਸ ਖੇਤਰ 'ਚ ਬਹੁਤ ਕੰਮ ਕੀਤਾ, ਤਾਂ ਫਿਰ ਉਸ ਨੂੰ ਅੱਗੇ ਜਾਣ ਵਿੱਚ ਬਹੁਤ ਸੌਖ ਹੋ ਜਾਂਦੀ ਹੈ। ਜਦੋਂ ਅਸੀਂ ਕਈ ਵਾਰੀ ਸੋਚ ਲੈਂਦੇ ਸਾਡੇ ਘਰ ਦੇ ਲਾਗੇ ਹੈਗਾ, ਅਸੀਂ ਬਹੁਤ ਦੂਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਜਿਹੇ ਫੈਸਲੇ ਕਈ ਵਾਰ ਸਾਨੂੰ ਨੁਕਸਾਨ ਪਹੁੰਚਾਉਂਦੇ ਨੇ। ਸੋ ਅਸੀਂ ਹਮੇਸ਼ਾ ਦੇਖਣਾ ਚਾਹੀਦਾ ਹੈ ਕਿ ਇਹਦੇ ਲਈ ਸਭ ਤੋਂ ਵਧੀਆ ਚੀਜ਼ ਕੀ ਹੈ ਕਿ ਪੁਰਾਣੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜਾਏ, ਉੱਥੋਂ ਜਿਹੜੇ ਪਾਸ ਹੋਏ ਆ, ਤੁਹਾਡਾ ਤਜਰਬਾ ਕਿਸ ਤਰ੍ਹਾਂ, ਉੱਥੋਂ ਦੀ ਗੱਲਬਾਤ ਕਰਦੇ ਆਪਾਂ ਤਾਂ ਬੱਚੇ ਦੱਸਣਗੇ ਸਾਨੂੰ ਇੰਸਟੀਚਿਊਟ ਬਹੁਤ ਅੱਛੇ ਸੀ, ਅਲਮਨਾਈ ਜਿਹੜੇ ਹੁੰਦੇ ਨੇ ਉੱਥੋਂ ਦੇ, ਫਿਰ ਉਸ ਤੋਂ ਬਾਅਦ ਉਹਨਾਂ ਦੀ ਪਲੇਸਮੈਂਟ ਕੀ ਹੈ। ਕਈ ਵਾਰ ਇਸ ਤਰ੍ਹਾਂ ਕਨਕੋਕਟਡ ਅੰਕੜੇ ਜਿਹੜੇ ਹੁੰਦੇ ਨਾ, ਫੇਕ ਅੰਕੜੇ ਵੀ ਬਣਾਏ ਜਾਂਦੇ ਨੇ। ਸੋ ਮੈਂ ਸਮਝਦਾ ਕਿ ਕਦੇ ਇਹ ਨਾ ਦੇਖੋ ਵੀ ਇਹ 5 ਸਟਾਰ ਹੋਟਲ ਵਰਗਾ ਕਾਲਜ ਹੈ, ਏਸੀ ਬੱਸਾਂ, ਏਸੀ ਕਮਰੇ ਨੇ। ਇਹ ਦੇਖੋ ਕਿ ਉਹ ਸਿੱਖਿਆ ਦਾ ਮੰਦਰ ਹੈ, ਉਹਦੇ 'ਚ ਤਜਰਬੇਕਾਰ ਫੈਕਲਟੀ ਹੈ, ਇਨਫਰਾਸਟ੍ਰਕਚਰ ਹੈ, ਉੱਥੋਂ ਦੇ ਜਿਹੜੇ ਅਲਮਨਾਈ ਹੈ ਉਹਨਾਂ ਦਾ ਰੋਲ ਕੀ ਹੈ। ਸੋ ਸਾਨੂੰ ਇਹ ਚੁਣਨ ਵਾਸਤੇ ਹਮੇਸ਼ਾ ਥੋੜੀ ਜਿਹੀ ਇਹਦੇ ਤੇ ਜਦੋਜਹਿਦ ਕਰਨੀ ਚਾਹੀਦੀ ਹੈ, ਕਿਉਂਕਿ ਜੇ ਅਸੀਂ ਕਾਲਜ ਸਹੀ ਚੁਣ ਲਿਆ ਫਿਰ ਸਾਡਾ ਕੰਮ ਬਹੁਤ ਸੌਖਾ ਹੋ ਜਾਂਦਾ, ਤਾਂ ਕਿ ਅਸੀਂ ਅੱਗੇ ਤੁਰਦੇ ਰਹਿ ਸਕਦੇ। ਜਦੋਂ ਵਿਦਿਆਰਥੀ ਚੁਣ ਲੈਂਦਾ ਹੈ ਚੰਗੇ ਕਾਲਜ ਨੂੰ ਔਰ ਚੰਗੇ ਆਪਣੇ ਕੋਰਸਿਸ ਨੂੰ, ਤਾਂ ਉਹਦਾ ਭਵਿੱਖ ਸੁਨਹਿਰੀ ਬਣ ਸਕਦਾ ਹੈ। ਔਰ ਡਾਕਟਰ ਸਾਹਿਬ, ਜਦੋਂ ਕਹਿੰਦੇ ਨੇ ਕਿ ਬੱਚੇ ਜਿਹੜੇ ਹੁੰਦੇ ਨੇ ਉਹ ਪੂਰਕ ਨਹੀਂ ਹੁੰਦੇ, ਕੋਈ ਇਨਸਾਨ ਪੂਰਕ ਤਾਂ ਹੈ ਹੀ ਨਹੀਂ ਇਸ ਸੰਸਾਰ ਉੱਤੇ, ਪਰ ਜਿਹੜੇ ਟੀਚਰ ਹੁੰਦੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੀ ਕਮੀਆਂ ਨੂੰ ਵੀ ਦੂਰ ਕਰਦੇ ਨੇ। ਇਸੇ ਤਰ੍ਹਾਂ ਹੀ ਕੈਰੀਅਰ ਗਾਈਡੈਂਸ ਜਾਂ ਕਾਉਂਸਲਿੰਗ ਸੈੱਲ ਜਿਹੜੇ ਬਣੇ ਹੋਏ ਨੇ, ਵਿਦਿਆਰਥੀਆਂ ਦੇ ਜਿਹੜੇ ਸਿਰਫ ਪੱਖੀ ਵਿਕਾਸ ਕਰਦੇ ਨੇ, ਉਹਨਾਂ ਦੇ ਵਿੱਚ ਕਈ ਵਾਰ ਕੋਈ ਨਾ ਕੋਈ ਕਮੀਆਂ ਹੁੰਦੀਆਂ ਨੇ। ਜਿਵੇਂ ਕਿ ਕੁਝ ਬੱਚੇ ਇੱਦਾਂ ਦੇ ਹੁੰਦੇ ਨੇ ਕਿ ਡਰ ਜਾਂਦੇ ਨੇ ਇੰਟਰਵਿਊ ਦਾ ਨਾਮ ਸੁਣ ਕੇ, ਭਾਵੇਂ ਉਹ 90% ਹੀ ਉਹਨਾਂ ਨੇ ਜਿਹੜੀਆਂ ਹੈਗੀਆਂ ਆਪਣੀਆਂ ਡਿਗਰੀਆਂ ਦੇ ਵਿੱਚ ਹਾਸਲ ਕੀਤੇ ਹੁੰਦੇ ਨੇ ਅੰਕ। ਤੇ ਇਹਦੇ ਵਿੱਚ ਜਿਹੜੇ ਮਜ਼ਬੂਤ ਪੱਖ ਹੁੰਦੇ ਨੇ ਬੱਚਿਆਂ ਦੇ ਜਾਂ ਜਿਹੜੇ ਮਾੜੇ ਪੱਖ ਹੁੰਦੇ ਨੇ, ਉਹਨਾਂ ਨੂੰ ਕਿਵੇਂ ਬੈਲੈਂਸ ਕਰਦੇ ਨੇ, ਕਿਵੇਂ ਸੰਤੁਲਨ ਕਰਦੇ ਨੇ? ਇੱਕ ਵਿਦਿਆਰਥੀ, ਮਾਪੇ ਔਰ ਅਧਿਆਪਕ ਮਿਲ ਕੇ ਇੱਕ ਐਸਾ ਤਿਕੋਣ ਬਣਾਉਂਦੇ ਨਾ, ਜਿਸ ਤੇ ਕਿਸੇ ਵੀ ਵਿਦਿਆਰਥੀ ਦੀ ਸਫਲਤਾ ਤੇ ਅਸਫਲਤਾ ਉਸ ਸੁਮੇਲ ਦੇ ਨਾਲ ਉਸ ਤੇ ਨਿਰਭਰ ਕਰਦੀ ਹੈ। ਸੋ ਸਹੀ ਕਾਲਜਾਂ, ਯੂਨੀਵਰਸਿਟੀਆਂ ਵਿੱਚ ਕੈਰੀਅਰ ਗਾਈਡੈਂਸ ਜਾਂ ਕੈਰੀਅਰ ਕਾਉਂਸਲਿੰਗ ਸੈੱਲ ਬਣਾਏ ਜਾਂਦੇ ਨੇ, ਜਿੱਥੇ ਕਿ ਵਿਦਿਆਰਥੀਆਂ ਨੂੰ ਮਾਹਰਾਂ ਦੇ ਰੂਬਰੂ ਕਰਾਇਆ ਜਾਂਦਾ ਹੈ। ਉਹਨਾਂ ਦੇ ਕਈ ਟੈਸਟ ਲੈ ਕੇ ਉਹਨਾਂ ਨੂੰ ਫਿਨਿਸ਼ਿੰਗ ਸਕੂਲ ਵਾਂਗੂ ਕੰਮ ਕਰਦੇ ਨੇ, ਤਾਂ ਕਿ ਬੱਚਿਆਂ 'ਚ ਜਿਹੜੀਆਂ ਕਮੀਆਂ ਦੂਰ ਕਰੀਏ। ਰਿਜ਼ਿਊਮੇ ਕਿਸ ਤਰ੍ਹਾਂ ਬਣਾਉਣਾ ਹੈ, ਇੰਟਰਵਿਊ 'ਚ ਕਿਸ ਤਰ੍ਹਾਂ ਆਉਣਾ ਹੈ, ਕੱਪੜੇ ਕਿਸ ਤਰ੍ਹਾਂ ਪਹਿਨਣੇ, ਚੱਲ ਕੇ ਕਿਸ ਤਰ੍ਹਾਂ ਆਉਣਾ, ਬੈਠ ਕੇ ਕਿਸ ਤਰ੍ਹਾਂ ਗੱਲ ਕਰਨੀ ਹੈ, ਕਿਸ ਤਰ੍ਹਾਂ ਤੁਹਾਡਾ ਬੋਲ ਚਾਲ ਦਾ ਢੰਗ ਹੋਵੇ, ਇਹ ਸਾਰੀਆਂ ਚੀਜ਼ਾਂ ਦੇ ਉੱਪਰ ਕੰਮ ਹੁੰਦਾ ਹੈ। ਸੋ ਅੱਛੇ ਜਿਹੜੇ ਕਾਲਜ ਆ, ਯੂਨੀਵਰਸਿਟੀਆਂ, ਉਸ 'ਤੇ ਇਸ ਤਰ੍ਹਾਂ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ। ਸੋ ਕੈਰੀਅਰ ਗਾਈਡੈਂਸ ਸੈੱਲ ਦਾ ਬਹੁਤ ਵੱਡਾ ਰੋਲ ਹੈ ਇਸ ਕਰਕੇ, ਕੋਈ ਬੱਚਾ ਸਮਝ ਪੈਂਦਾ, ਕਿਉਂਕਿ ਹੁਣ ਬੱਚੇ ਦਾ ਮਜ਼ਬੂਤ ਪੱਖ ਆ ਕਿ ਉਹ ਪ੍ਰੈਕਟੀਕਲੀ ਬਹੁਤ ਸਾਊਂਡ ਹੈ। ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਸੀ, ਉਹਦੀ ਅੰਗਰੇਜ਼ੀ ਕਮਜ਼ੋਰ ਹੈ ਜਾਂ ਕਮਿਊਨੀਕੇਸ਼ਨ ਦੀ ਭਾਸ਼ਾ ਮਾਧਿਅਮ ਕਮਜ਼ੋਰ ਹੈ, ਤੇ ਉਹਦੇ ਤੇ ਕੰਮ ਕਰਨਾ ਚਾਹੀਦਾ, ਤਾਂ ਕਿ ਅਸੀਂ ਰੋਜ਼ ਜਿਸ ਤਰ੍ਹਾਂ ਅਖਬਾਰ ਪੜ੍ਹੀਏ, ਬੋਲ ਚਾਲ ਦੇਖੀਏ, ਇੰਪਰੂਵ ਕਰੀਏ। ਅਗਰ ਸਾਡੀ ਸਪੀਚਿੰਗ ਪ੍ਰੋਬਲਮ ਹੈ ਤਾਂ ਅਸੀਂ ਉਹ ਕੰਮ ਕਰੀਏ ਆਪਾਂ। ਸੋ ਇਸ ਚੀਜ਼ਾਂ ਨਾਲ ਬੱਚਾ ਇੰਪਰੂਵ ਹੋਏਗਾ। ਸੋ ਉਸਨੇ ਕੀ ਕਰਨਾ ਹੈ ਕਿ ਜਿਹੜੇ ਮਜ਼ਬੂਤ ਪੱਖ ਹੋਰ ਮਜ਼ਬੂਤ ਕਰਨੇ ਆ, ਜਿਹੜੇ ਕਮਜ਼ੋਰ ਪੱਖ ਉਸ ਨੂੰ ਮਿਨੀਮਾਈਜ਼ ਕਰਨਾ, ਤਾਂ ਕਿ ਉਹ ਇੰਟਰਵਿਊ ਵਾਸਤੇ ਤਿਆਰ ਹੋ ਸਕੇ। ਕਿਉਂਕਿ ਕਈ ਵਾਰ ਹੁਣ ਆਪਾਂ ਇੰਟਰਵਿਊ ਦੀ ਗੱਲ ਕਰੀਏ ਵੀ ਇੰਟਰਵਿਊ 'ਚ ਕੀ ਕਰਨਾ ਚਾਹੀਦਾ, ਤਾਂ ਇਹਦੇ ਲਈ ਪੂਰਾ ਸੈਸ਼ਨ ਚਾਹੀਦਾ। ਇਹਦੇ ਲਈ ਕਈ ਘੰਟਿਆਂ ਗੱਲਬਾਤ ਹੋ ਸਕਦੀ ਹੈ, ਲੇਕਿਨ ਮੈਂ ਹਮੇਸ਼ਾ ਛੋਟਾ ਬੱਚਿਆਂ ਨੂੰ ਕਹਿੰਦਾ ਹਾਂ ਵੀ ਇੱਕ ਤਾਂ ਰਿਜ਼ਿਊਮੇ ਆਪਣਾ ਬੇहद ਅੱਛੇ ਢੰਗ ਨਾਲ ਤਿਆਰ ਕਰੋ। ਹਾਂਜੀ, ਬਹੁਤ ਜ਼ਰੂਰੀ ਹੈ ਰਿਜ਼ਿਊਮੇ ਤਿਆਰ ਕੀਤਾ। ਇੰਟਰਵਿਊ ਜਦੋਂ ਦੇਣ ਜਾਣਾ ਹੈ ਤਾਂ ਹਮੇਸ਼ਾ ਪਹਿਲਾਂ ਪਹੁੰਚੋ। ਕਈ ਵਾਰੀ ਅਸੀਂ ਬੱਚੇ ਬੁਲਾਉਂਦੇ ਹਾਂ ਛੁੱਟੀ ਵਾਲੇ ਦਿਨ,
ਉਹ ਟਾਈਮ ਤੇ ਹੁੰਦੇ, ਅੰਦਰ ਆਵਾਜ਼ ਪੈਂਦੀ ਹੁੰਦੀ, ਅੰਦਰ ਜਾਂਦੇ ਤੋਂ ਪਹਿਲਾਂ ਹੀ ਘਬਰਾ ਜਾਂਦੇ ਨੇ। ਹਾਂਜੀ। ਹਮੇਸ਼ਾ ਪਹਿਲਾਂ ਪਹੁੰਚੋ ਤੇ ਜਿਸ ਕੰਪਨੀ ਦੀ ਜਿਸ ਪੋਸਟ ਦੀ ਇੰਟਰਵਿਊ ਹੈ ਉਹਦੇ ਉੱਤੇ ਥੋੜਾ ਜਿਹਾ ਸਰਚ ਕਰੋ, ਰਿਸਰਚ ਕਰੋ, ਤਾਂ ਕਿ ਪਤਾ ਲੱਗੇ ਵੀ ਉਹ ਕੰਪਨੀ ਕਿਹੜੀ ਹੈ, ਤਾਂ ਕਿ ਉਹਦੇ ਬਾਰੇ ਜਾਣਕਾਰੀ ਸਮੁੱਚੀ ਤੁਹਾਡੇ ਕੋਲ ਹੋਵੇ। ਹਾਂਜੀ। ਫਿਰ ਉਸ ਨੂੰ ਹਰ ਨਿਮਰਤਾ ਨਾਲ ਜਵਾਬ ਦਿਓ, ਕੌਨਫੀਡੈਂਸ। ਕਈ ਵਾਰ ਬੱਚੇ ਕਹਿੰਦੇ ਕਿ ਮੈਂ ਜੀ 1 ਸਾਲ ਜੌਬ ਕਰਨੀ, ਫਿਰ ਮੁੜ ਕੇ ਮੈਂ ਮਾਸਟਰਸ ਕਰਨ ਜਾਣਾ ਜਾਂ ਮੈਂ ਪੀਸੀਐਸ ਦਾ ਐਗਜ਼ਾਮ ਦੇਣਾ। ਤੁਹਾਡੀ ਡੈਡੀਕੇਸ਼ਨ, ਤੁਹਾਡੀ ਕਮਿਟਮੈਂਟ ਝਲਕਣੀ ਚਾਹੀਦੀ, ਉਹਨੂੰ ਲੱਗਣਾ ਚਾਹੀਦਾ ਕਿ ਇਹ ਹੀ ਬੱਚਾ ਸਾਡੀ ਜੌਬ ਵਾਸਤੇ ਬਣਿਆ। ਸੋ ਇਹ ਸਾਰੀਆਂ ਗੱਲਾਂ ਤਿਆਰ ਕਰਨੇ ਚਾਹੀਦੇ, ਖਾਸ ਕਰਕੇ ਆਪਣੇ ਅਚੀਵਮੈਂਟਸ ਨੂੰ ਉਹਨਾਂ ਸਾਹਮਣੇ ਕਿਵੇਂ ਰੱਖਣਾ ਹੈ, ਮਜ਼ਬੂਤੀ ਨਾਲ ਕਿਵੇਂ ਰੱਖਣਾ ਆਪਣੇ ਅਚੀਵਮੈਂਟਸ ਨੂੰ। ਸੋ ਇਹ ਸਾਰੀਆਂ ਚੀਜ਼ਾਂ ਬੱਚੇ ਅਗਰ ਤਿਆਰ ਕਰੇ ਤਾਂ ਇੰਟਰਵਿਊ 'ਚ ਬਹੁਤ ਵਧੀਆ ਪਰਫਾਰਮ ਕਰ ਸਕਦੇ ਨੇ, ਔਰ ਇਹ ਸਾਰਾ ਕੁਝ ਕੈਰੀਅਰ ਗਾਈਡੈਂਸ ਸੈੱਲ ਵਿੱਚ ਸਿਖਾਇਆ ਜਾਂਦਾ। ਬਹੁਤ ਵਧੀਆ ਟਿਪਸ ਦੇ ਦਿੱਤੇ ਨੇ ਤੁਸੀਂ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਔਰ ਵਿਦਿਆਰਥੀਆਂ ਨੂੰ ਕਿ ਕਿਸ ਤਰ੍ਹਾਂ ਆਪਾਂ ਨੂੰ ਇੰਟਰਵਿਊ ਦੇ ਲਈ ਜਾਂ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੋਰ ਵੀ ਟਿਪਸ ਅਸੀਂ ਜਾਣਾਂਗੇ, ਪਰ ਇਸ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕੁੜੀਆਂ ਕਿਸੇ ਖੇਤਰ ਦੇ ਵਿੱਚ ਘੱਟ ਨਹੀਂ ਹਨ, ਸਾਰੇ ਖੇਤਰਾਂ ਦੇ ਵਿੱਚ ਮੱਲਾਂ ਮਾਰ ਰਹੀਆਂ ਹਨ। ਕੀ ਤਕਨੀਕੀ ਸਿੱਖਿਆ ਦੇ ਵਿੱਚ ਰੁਝਾਨ ਕੁੜੀਆਂ ਦਾ ਹੈ, ਔਰ ਜੇਕਰ ਹੈ ਤਾਂ ਉਹ ਇੱਕ ਕਹਿੰਦੇ ਨੇ ਕਿ ਇੱਕ ਬਹੁਤ ਚੰਗੀਆਂ ਆਪਣੇ ਆਪ ਨੂੰ ਐਂਟਰਪ੍ਰੈਨਿਓਰ ਬਣਾਉਂਦੀਆਂ ਨੇ, ਮਤਲਬ ਇੱਕ ਆਪਣੇ ਆਪ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਚਲਾ ਕੇ ਆਪਣੇ ਆਪ ਨੂੰ ਇੱਕ ਸਫਲਤਾ ਦੀਆਂ ਕਹਾਣੀਆਂ ਵੀ ਬੁਣਦੀਆਂ ਨੇ। ਕੀ ਇਸ ਤਰ੍ਹਾਂ ਦੀ ਕੋਈ ਤੁਹਾਡੇ ਸਾਹਮਣੇ ਕੋਈ ਵਿਸ਼ੇਸ਼ ਜਿਹੜੀ ਹੈਗੀ ਉਹ ਗੱਲਬਾਤ ਆਈ ਹੈ? ਅੱਜ ਦੇ ਸਮੇਂ 'ਚ ਅਗਰ ਲੜਕੀਆਂ ਔਰ ਲੜਕਿਆਂ ਦੇ ਕੈਰੀਅਰ ਨੂੰ ਦੇਖੀਏ ਤਾਂ ਕੋਈ ਵੀ ਇਹਨਾਂ ਵਿੱਚ ਡਿਮਾਰਕੇਸ਼ਨ ਲਾਈਨ ਹੈ ਹੀ ਨਹੀਂ। ਕੋਈ ਐਸਾ ਖੇਤਰ ਨਹੀਂ ਜਿੱਥੇ ਲੜਕੀ ਨਹੀਂ ਜਾ ਸਕਦੀ। ਰਾਈਟ। ਜਿਸ ਤਰ੍ਹਾਂ ਅੱਗੇ ਕੁਝ ਲਿਮਿਟ ਹੁੰਦਾ ਸੀ, ਲੜਕੀਆਂ ਮਕੈਨੀਕਲ ਦੇ ਖੇਤਰ 'ਚ ਨਹੀਂ ਜਾ ਸਕਦੀਆਂ, ਪਰ ਅੱਜ ਮਕੈਨੀਕਲ ਦੇ ਖੇਤਰ 'ਚ ਲੜਕੀਆਂ ਕੰਮ ਕਰ ਰਹੀਆਂ, ਐਰੋਨੋਟਿਕਲ ਦੇ ਖੇਤਰ 'ਚ ਕਰ ਰਹੀਆਂ, ਸਾਇੰਟਿਸਟ ਬਣੀਆਂ ਹੋਈਆਂ। ਕਿਹੜਾ ਐਸਾ ਖੇਤਰ ਹੈ ਜਿਹੜੀਆਂ ਉਹ ਫੜ ਨਹੀਂ ਸਕਦੀਆਂ? ਹਰ ਇੱਕ ਖੇਤਰ 'ਚ ਉਹ ਕਮਾਲ ਵੀ ਕਰ ਰਹੀਆਂ। ਹਾਂਜੀ। ਸੋ ਐਸਾ ਕੋਈ ਲਿਮਿਟ ਨਹੀਂ ਹੈ। ਸੋ ਵੈਸੇ ਆਮ ਤੌਰ ਤੇ ਅਗਰ ਕਈ ਵਾਰ ਪੇਰੈਂਟਸ ਪੁੱਛਦੇ ਤੁਸੀਂ ਫਿਰ ਵੀ ਤੁਸੀਂ ਦੱਸੋ ਵੀ ਲੜਕੀਆਂ ਲਈ ਕਿਹੜੇ ਕੋਰਸਸ ਨੇ, ਤਾਂ ਮੈਂ ਉਹਨੂੰ ਕਹਿ ਦਿੰਦਾ ਵੀ ਆਹ ਕੋਰਸਸ ਹੈ। ਬਾਕੀ ਬੱਚੇ ਦਾ ਪੁੱਛੋ, ਜਿਸ ਤਰ੍ਹਾਂ ਫੈਸ਼ਨ ਡਿਜ਼ਾਈਨਿੰਗ ਹੈ, ਬੱਚੇ ਜੁਐਲਰੀ ਡਿਜ਼ਾਈਨਿੰਗ 'ਚ ਜਾ ਸਕਦੇ ਨੇ, ਕੰਪਿਊਟਰ ਪ੍ਰੋਗਰਾਮਿੰਗ ਦੇ ਕੋਰਸਸ ਵੀ ਲੜਕੀਆਂ ਬਹੁਤ ਅੱਛਾ ਕਰਦੀਆਂ, ਇਲੈਕਟ੍ਰੋਨਿਕਸ ਦੇ ਖੇਤਰ 'ਚ ਬਹੁਤ ਅੱਛਾ ਕਰਦੀਆਂ। ਫਿਰ ਉਸ ਵਿੱਚ ਆਰਕੀਟੈਕਚਰ ਦੇ ਖੇਤਰ, ਇੰਟੀਰੀਅਰ ਡਿਜ਼ਾਈਨਿੰਗ, ਡੈਸਕਟਾਪ ਪਬਲਿਸ਼ਿੰਗ, ਇਸ ਤਰ੍ਹਾਂ ਦੇ ਖੇਤਰ 'ਚ ਲੜਕੀਆਂ ਜ਼ਿਆਦਾ ਅੱਗੇ ਆਉਂਦੀਆਂ। ਲੇਕਿਨ ਜਿੱਥੋਂ ਦਾ ਐਂਟਰਪ੍ਰੈਨਿਓਰ ਦੀ ਗੱਲ ਹੈ, ਤੇ ਮੈਂ ਸਮਝਦਾ ਕਿ ਜਿਹੜੇ ਨਾਂ ਜਿਵੇਂ ਚੰਦਾ ਕੁਛੜ ਹੈ, ਇੰਦਰਾ ਨੋਈ ਹੈ, ਇੰਦੂ ਜੈਨ ਹੈ, ਵੰਦਨਾ ਲੂਥਰਾ ਹੈ, ਫਿਰ ਏਕਤਾ ਕਪੂਰ ਹੈ, ਸੁਧਾ ਮੂਰਤੀ, ਐਸੇ ਨਾਂ ਜਿਨ੍ਹਾਂ ਨੇ ਸਾਬਤ ਕਰਤਾ ਕਿ ਵਿਮਨ ਐਂਟਰਪ੍ਰੈਨਿਓਰ ਕਿਸੇ ਤੋਂ ਘੱਟ ਨਹੀਂ। ਔਰ ਜਿਸ ਖੇਤਰ ਨੂੰ ਪਕੜਦੀਆਂ ਉਹਦੇ ਵਿੱਚ ਬਹੁਤ ਅੱਗੇ ਚਰਮ ਸੀਮਾ ਤੇ ਪਹੁੰਚ ਕੇ ਕੰਮ ਕਰਦੀਆਂ, ਉਹ ਬੜੀ ਡੈਡੀਕੇਸ਼ਨ ਕਮਿਟਮੈਂਟ ਨਾਲ ਕੰਮ ਕਰਦੀਆਂ। ਇਸ ਲਈ ਅੱਜ ਕੱਲ੍ਹ ਮੈਂ ਈਵਨ ਤੁਸੀਂ ਹੈਰਾਨ ਹੋ ਜਾਓਗੇ, ਚਾਹੇ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਅਜੇ ਵੀ 15 ਤੋਂ 20% ਲੜਕੀਆਂ ਹੀ ਆ ਰਹੀਆਂ, ਲੇਕਿਨ ਅਗਰ ਰਿਜ਼ਲਟ ਦੇਖੀਏ ਜਾਂ ਉਹਨਾਂ ਦੀ ਸਕਸੈਸ ਰੇਟ ਦੇਖੀਏ ਤਾਂ ਉਹ ਕਿਤੇ ਬਹੁਤ ਜ਼ਿਆਦਾ ਲੜਕਿਆਂ ਤੋਂ ਅੱਗੇ ਨੇ। ਜੀ, ਔਰ ਬੜਾ ਚੰਗਾ ਲੱਗਦਾ ਹੈ ਸੁਣ ਕੇ ਜਦੋਂ ਲੜਕੀਆਂ ਹਰੇਕ ਖੇਤਰਾਂ ਦੇ ਵਿੱਚ ਮੱਲਾਂ ਮਾਰਦੀਆਂ ਨੇ। ਔਰ ਕਈ ਵਾਰ ਵਿਸ਼ਿਆਂ ਦੇ ਵਿੱਚ ਵੀ ਅਸੀਂ ਕਹਿ ਦਿੰਦੇ ਹਾਂ ਕਿ ਲੜਕੀਆਂ ਦੇ ਕਿਹੜੇ ਵਿਸ਼ੇ ਨੇ, ਉਹ ਤੁਸੀਂ ਦੱਸ ਦਿੱਤਾ ਹੈ। ਸੋ ਤੁਸੀਂ ਇਸ ਫੀਲਡ ਦੇ ਨਾਲ ਜੁੜੇ ਹੋ, ਤੁਸੀਂ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਹੋ, ਬਹੁਤ ਨਜ਼ਦੀਕਿਓਂ ਦੇਖਦੇ ਹੋ ਬੱਚਿਆਂ ਨੂੰ, ਬਹੁਤ ਚੰਗੀ ਤਰ੍ਹਾਂ ਨਾਲ ਉਹਨਾਂ ਦੀ ਸੋਚ ਨੂੰ ਪਹਿਚਾਣਦੇ ਹੋ, ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਦਾ ਰੁਝਾਨ ਜਿਹੜਾ ਹੈ ਪੋਲੀਟੈਕਨਿਕ ਜਾਂ ITI ਕਿਸੇ ਵੀ IT ਖੇਤਰ ਦੇ ਵਿੱਚ ਕਿੱਦਾਂ ਦਾ ਹੈ? ਤਾਂ ਅੱਜ ਕੱਲ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਨਾ ਥੋੜਾ ਜਿਹਾ ਰੁਝਾਨ ਬੱਚਿਆਂ ਦਾ ਘਟਿਆ। ਅੱਛਾ। ਖਾਸ ਕਰਕੇ ਮੈਂ ਦੇਖਦਾ ਕੁਝ ਏਰੀਆਸ ਇਸ ਤਰ੍ਹਾਂ ਦੇ ਪੌਕਟਸ ਹੈ ਜਿੱਥੇ ਉਹ ਬੱਚੇ ਸਮਝਦੇ ਆ ਵੀ ਅਸੀਂ ਸਿਰਫ ਗੈਪ ਫਿਲਿੰਗ ਵਾਸਤੇ ਹੀ ਟੈਕਨੀਕਲ ਐਜੂਕੇਸ਼ਨ ਹਾਸਲ ਕਰਨੀ ਹੈ, ਵੀ ਅਸੀਂ 1-2 ਸਾਲ ਅਸੀਂ ਬਾਹਰ ਜਾਣਾ ਹੈ, ਵਿਦੇਸ਼ਾਂ 'ਚ ਜਾਣਾ ਹੈ। ਔਰ ਇਹ ਬੱਚੇ ਅਗਰ ਬਿਨਾਂ ਹੁਨਰ ਤੋਂ ਬਾਹਰ ਜਾਂਦੇ ਨੇ ਤਾਂ ਸਿਰਫ ਐਜ਼ ਅ ਲੇਬਰ ਕੰਮ ਕਰਦੇ ਰਹਿ ਜਾਂਦੇ ਨੇ ਔਰ ਸਾਰੀ ਉਮਰ ਸਟਰਗਲ ਕਰਦੇ ਨੇ। ਸੋ ਮੈਂ ਹਮੇਸ਼ਾ ਬੱਚਿਆਂ ਨੂੰ ਕਹਿੰਦਾ ਕਿ ਬਾਹਰ ਜਾਣ 'ਚ ਕੋਈ ਬੁਰਾਈ ਨਹੀਂ ਹੈ, ਲੇਕਿਨ ਇੱਕ ਹੁਨਰ ਤੋਂ ਹਾਸਲ ਕਰਕੇ ਜਾਓ, ਇੱਕ ਡਿਪਲੋਮਾ, ਇੱਕ ਡਿਗਰੀ ਤੁਹਾਡੇ ਕੋਲ ਹੋਵੇ, ਜਿਹੜਾ ਤੁਹਾਡੇ ਕੋਲ ਇੱਕ ਐਸਾ ਸਰਟੀਫਿਕੇਟ ਹੈ ਜਿਹੜਾ ਹਮੇਸ਼ਾ ਤੁਹਾਡੇ ਨਾਲ ਸਹਿਯੋਗ ਤੁਹਾਡਾ ਕਰੇਗਾ ਤੇ ਤੁਸੀਂ ਕਾਮਯਾਬ ਹੋਗੇ। ਅਗਰ ਤੁਸੀਂ ਸਕਿੱਲ ਦੇ ਨਾਲ ਬਾਹਰ ਜਾਓਗੇ ਤਾਂ ਤੁਹਾਨੂੰ ਉੱਥੋਂ ਦੀਆਂ ਕੰਪਨੀਆਂ ਵੀ ਆਫਰ ਕਰਦੀਆਂ ਨੇ, ਚਾਹੇ ਥੋੜੇ ਸਾਨੂੰ ਉੱਥੇ ਜਾ ਕੇ ਥੋੜਾ ਪੜ੍ਹਨਾ ਪੈਂਦਾ, ਲੇਕਿਨ ਤੁਹਾਡੇ ਕੋਲ ਇੱਕ ਸਕਿੱਲ ਹੈ, ਹੁਨਰ ਹੈ। ਸੋ ਅੱਜ ਦੇ ਖੇਤਰ ਵਿੱਚ ਮੈਂ ਦੇਖਦਾ ਜ਼ਿਆਦਾ ਭੇਡ ਚਾਲ ਕੰਪਿਊਟਰ ਸਾਇੰਸਸ ਬਹੁਤ ਜ਼ਿਆਦਾ, ਔਰ ਯੂਨੀਵਰਸਿਟੀਆਂ ਕਾਲਜਾਂ ਨੇ ਉੱਥੇ 10-10 ਹਜ਼ਾਰ ਸੀਟਾਂ ਕਰ ਦਿੱਤੀਆਂ। ਦੂਸਰੇ ਖੇਤਰਾਂ ਨੂੰ ਨੈਗਲੈਕਟ ਕੀਤਾ ਜਾ ਰਿਹਾ। ਲੇਕਿਨ ਫਿਰ ਉਹੀ ਗੱਲ ਹੈ ਕਿ ਅਗਰ ਅਸੀਂ ਸ੍ਰਿਸ਼ਟੀ ਨੂੰ ਬੈਲੈਂਸ ਕਰਨਾ ਤਾਂ ਇਹ ਬਰਾਬਰ ਡਿਸਟ੍ਰੀਬਿਊਸ਼ਨ ਹੋਣੀ ਚਾਹੀਦੀ ਹੈ। ਸਾਰੇ ਹੀ ਖੇਤਰਾਂ ਦੀ ਆਪਣੀ ਆਪਣੀ ਇੰਪੋਰਟੈਂਸ ਹੈ। ਸਾਡੇ ਸਿਵਲ, ਇਲੈਕਟ੍ਰੀਕਲ, ਮਕੈਨੀਕਲ ਐਸੇ ਸਾਡੇ ਐਵਰਗ੍ਰੀਨ ਬ੍ਰਾਂਚਸ ਜਿਹਦੇ ਕੰਮ ਖਤਮ ਨਹੀਂ ਹੋ ਸਕਦਾ ਜੀ। ਨਾ ਕੋਈ ਘਰ ਬਣਾਉਣੇ ਰੁਕ ਸਕਦੇ ਨੇ, ਨਾ ਸਾਡੇ ਕੋਲੇ ਸੜਕਾਂ ਬਣਨੀਆਂ ਰੁਕ ਸਕਦੀਆਂ ਨੇ, ਨਾ ਸਾਡੇ ਕੋਲੇ ਜਿਸ ਤਰ੍ਹਾਂ ਮਸ਼ੀਨਾਂ, ਕਾਰਖਾਨੇ ਚੱਲਦੇ ਰਹਿਣੇ ਨੇ। ਸੋ ਇਸ ਖੇਤਰ ਵਿੱਚ ਵੀ ਬਹੁਤ ਅੱਗੇ ਸੰਭਾਵਨਾਵਾਂ ਨੇ। ਸੋ ਟੈਕਨੀਕਲ ਐਜੂਕੇਸ਼ਨ ਨੂੰ ਕਦੇ ਕੋਈ
ਸਿਰਫ ਇਹਦੇ 'ਚ ਸਾਈਕਲ ਚੇਂਜ ਆਉਂਦਾ ਤੇ ਸਾਈਕਲ ਚੇਂਜ ਆਉਂਦਾ ਥੋੜੀ ਦੇਰ ਲਈ ਸਮਾਂ, ਜਿਸ ਤਰ੍ਹਾਂ ਮੈਂ ਸ਼ੁਰੂ 'ਚ ਕੀਤੀ ਸੀ, ਡਿਮਾਂਡ ਐਂਡ ਸਪਲਾਈ ਦੀ ਗੱਲ ਹੈ, ਔਰ ਇਹ ਸਾਈਕਲ ਫਿਰ ਮੋੜ ਕੇ ਆਏਗਾ ਇਸ ਖੇਤਰ ਵਿੱਚ, ਫਿਰ ਸੰਭਾਵਨਾਵਾਂ ਬਹੁਤ ਜ਼ਿਆਦਾ ਨੇ। ਤਾਂ ਸਾਨੂੰ ਇਹ ਬੱਚਿਆਂ ਨੂੰ ਚਾਹੀਦਾ ਹੈ ਕਿ ਜਿਸ ਖੇਤਰ ਤੁਸੀਂ ਜਾਣਾ ਚਾਹੁੰਦੇ ਹੋ ਅੱਗੇ ਤੁਸੀਂ ਜਾਓ। ਜੀ, ਅੱਜ ਦੇ ਸਮੇਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਤਾਂ ਬਹੁਤ ਸਾਰੀਆਂ ਵੈਲਿਊ ਬੇਸਡ ਐਜੂਕੇਸ਼ਨ ਦੇ ਬਾਰੇ ਅਸੀਂ ਸੁਣਦੇ ਹਾਂ, ਔਰ ਮਾਨਵੀ ਕਦਰਾਂ ਕੀਮਤਾਂ ਦੇ ਅਧਾਰੇ ਜਿਹੜੀਆਂ ਸਿੱਖਿਆਵਾਂ ਨੇ ਉਹ ਅੱਜ ਦੇ ਸਮੇਂ ਦੇ ਵਿੱਚ ਕੀ ਮਹੱਤਤਾ ਰੱਖਦੇ ਨੇ? ਇਹ ਮਾਨਵੀ ਕਦਰ ਕੀਮਤਾਂ ਨਾਲ ਲਬਰੇਜ਼ ਜਿਹੜੀ ਪੜ੍ਹਾਈ ਹੈ, ਇਸ ਦੀ ਬਹੁਤ ਵੈਲਿਊ ਹੈ, ਕਿਉਂਕਿ ਆਪਾਂ ਦੇਖਦੇ ਹਾਂ ਵੀ ਅਸੀਂ ਸਿਰਫ ਬੱਚੇ ਦੀ ਅਕੈਡਮਿਕ ਡਿਵੈਲਪਮੈਂਟ ਨਹੀਂ ਕਰਨੀ, ਬੱਚੇ ਦਾ ਚਰਿੱਤਰ ਨਿਰਮਾਣ ਵੀ ਕਰਨਾ ਸੀ, ਅਸੀਂ ਉਹਦਾ ਅਧਿਆਤਮਕ ਵਿਕਾਸ ਵੀ ਕਰਨਾ, ਜਿਹਨੂੰ ਸਪਿਰਿਚੁਅਲ ਡਿਵੈਲਪਮੈਂਟ ਕਹਿੰਦੇ ਆ। ਉਸ ਦੇ ਨਾਲ ਇੱਕ ਹੁੰਦੀ ਹੈ ਸਿਟੀਜ਼ਨਸ਼ਿਪ ਡਿਵੈਲਪਮੈਂਟ, ਤਾਂ ਕਿ ਬੱਚੇ ਵਿੱਚ ਦੇਸ਼ ਪ੍ਰਤੀ ਪਿਆਰ ਹੋਵੇ, ਦੇਸ਼ ਪ੍ਰਤੀ ਉਹਦੇ ਪ੍ਰੇਮ ਹੋਵੇ। ਅੱਜ ਕੱਲ੍ਹ ਅਸੀਂ ਦੇਖਦੇ ਹਾਂ, ਕਈ ਵਾਰ ਅਖਬਾਰਾਂ 'ਚ ਪੜ੍ਹਦੇ ਆ, IAS IPS ਅਫਸਰ, ਕਈ ਸੰਤ ਲੀਡਰ, ਉਹਨਾਂ ਦੇ ਘਰੋਂ ਸੋਨਾ ਮਿਲਦਾ ਹੈ, ਉਹਨਾਂ ਦੇ ਘਰੋਂ ਪੈਸੇ ਨੋਟ ਮਿਲਦੇ ਨੇ। ਇਹ ਕਿਤੇ ਨਾ ਕਿਤੇ ਵੈਲਿਊ ਬੇਸਡ ਐਜੂਕੇਸ਼ਨ ਦੀ ਕਮੀ ਹੈ। ਜਦ ਤੱਕ ਅਸੀਂ ਆਪਣੇ ਦੇਸ਼ ਨਾਲ ਪਿਆਰ ਨਹੀਂ ਕਰਾਂਗੇ, ਸਾਡੇ 'ਚੋਂ ਪ੍ਰੇਮ ਦੀ ਭਾਵਨਾ ਨਹੀਂ ਆਏਗਾ ਕਿੱਥੋਂ? ਜੇ ਸਾਡੇ ਅੰਦਰ ਅਧਿਆਤਮਿਕ ਵਿਕਾਸ ਹੋਏ। ਅਸੀਂ ਪੜ੍ਹਾਈ ਦੇ ਨਾਲ ਸਿਰਫ ਅਸੀਂ ਟੈਕਨੀਕਲ ਐਜੂਕੇਸ਼ਨ ਜਾਂ ਅਸੀਂ ਮੈਡੀਕਲ ਐਜੂਕੇਸ਼ਨ ਜਾਂ ਅਸੀਂ ਕਮਰਸ ਦੀ ਐਜੂਕੇਸ਼ਨ ਨਹੀਂ ਹਾਸਲ ਕਰਨੀ, ਅਸੀਂ ਇੱਕ ਅੱਛਾ ਇਨਸਾਨ ਵੀ ਬਣਨਾ ਹੈ। ਅਸੀਂ ਅੱਛਾ ਇਨਸਾਨ ਕਦੋਂ ਬਣਾਂਗੇ? ਜੇ ਅਸੀਂ ਬਹੁਤ ਮਹਾਨ ਆਦਮੀਆਂ ਦੇ ਜੀਵਨੀਆਂ ਪੜ੍ਹਾਂਗੇ, ਜਿਨ੍ਹਾਂ ਨੇ ਕੰਮ ਕੀਤੇ, ਜਿਨ੍ਹਾਂ ਨੇ ਸਟਰਗਲ ਕਰਕੇ ਇੱਥੇ ਪਹੁੰਚੇ ਹੈ। ਅਸੀਂ ਸਾਹਿਤ ਨੂੰ ਪੜ੍ਹਾਂਗੇ। ਕਈ ਵਾਰ ਮੈਨੂੰ ਪੁੱਛਦੇ ਸਾਹਿਤ ਤੇ ਸਾਇੰਸ ਦਾ ਕੀ ਮੇਲ ਹੈ, ਵੀ ਤੁਸੀਂ ਬੰਦੇ ਇੰਜੀਨੀਅਰ ਹੋ, ਤੁਸੀਂ ਸਾਹਿਤ ਦੀਆਂ ਕਿਤਾਬਾਂ ਲਿਖੀਆਂ, ਤੁਸੀਂ ਪੜ੍ਹਦੇ ਹੋ। ਮੈਂ ਕਹਿੰਦਾ ਹਰ ਇੱਕ ਬੱਚੇ 'ਚ ਸਾਹਿਤ ਚਾਹੀਦਾ ਹੈ, ਉਸ ਨਾਲ ਪ੍ਰੇਮ ਚਾਹੀਦਾ ਹੈ। ਅਗਰ ਇਹ ਜੁੜਿਆ ਰਹੇਗਾ ਤੇ ਉਹ ਬੱਚਾ ਜਿਹੜਾ, ਮੈਂ ਕਹਿੰਦਾ ਉਸ ਦਾ ਅਧਿਆਤਮਿਕ, ਉਹਦਾ ਅਕੈਡਮਿਕ ਵਿਕਾਸ ਸਭ ਹੋਏਗਾ, ਐਜ਼ ਅ ਕੰਪਲੀਟ ਮੈਨ ਬਣੇਗਾ। ਤੇ ਫਿਰ ਉਸ ਆਪਣੀ ਮਾਂ ਨਾਲ, ਆਪਣੇ ਦੇਸ਼ ਨਾਲ, ਹਮੇਸ਼ਾ ਨਾਲ, ਪਰਿਵਾਰ ਨਾਲ ਬਹੁਤ ਪਿਆਰ ਕਰਦਾ ਰਹੇ। ਬਿਲਕੁਲ, ਚੰਗੀ ਸ਼ਖਸੀਅਤ ਹੀ ਚੰਗੇ ਇੱਕ ਅਸੀਂ ਜਦੋਂ ਪ੍ਰੋਫੈਸ਼ਨ 'ਚ ਆਉਂਦੇ ਹਾਂ ਤੇ ਉਹਨੂੰ ਵੀ ਚਾਰ ਚੰਦ ਲਾ ਦਿੰਦੀ ਹੈ। ਇੱਕ ਚੰਗਾ ਡਾਕਟਰ, ਇੱਕ ਚੰਗਾ ਇੰਜੀਨੀਅਰ ਹੱਸ ਕੇ ਸਾਨੂੰ ਚੰਗੀਆਂ ਗੱਲਾਂ ਦੱਸ ਦਿੰਦਾ ਹੈ ਆਪਣੇ ਪ੍ਰੋਫੈਸ਼ਨ ਤੋਂ ਇਲਾਵਾ, ਤੇ ਸਾਨੂੰ ਲੱਗਦਾ ਹੈ ਕਿ ਉਹ ਤੋਂ ਵਧੀਆ ਕੋਈ ਹੋਰ ਬੰਦਾ ਹੈ ਹੀ ਨਹੀਂ ਇਸ ਦੁਨੀਆ 'ਤੇ ਨਾ। ਸੋ ਬਹੁਤ ਜ਼ਰੂਰਤ ਹੈ ਵੈਲਿਊ ਬੇਸਡ ਐਜੂਕੇਸ਼ਨ ਦੀ। ਜਦੋਂ ਅਸੀਂ ਗੱਲ ਕਰਦੇ ਹਾਂ ਕਰੀਅਰ ਦੀ ਆਪਣੀ, ਤੇ ਉਸ ਸਮੇਂ ਮਾਪਿਆਂ ਦਾ ਕੀ ਰੋਲ ਹੋਣਾ ਚਾਹੀਦਾ ਹੈ ਕਿ ਬੱਚੇ ਨੂੰ ਇੱਕ ਚੰਗਾ ਕਰੀਅਰ ਆਪਸ਼ਨ ਦੇ ਸਕੇ, ਉਹਦਾ ਭਵਿੱਖ ਜਿਹੜਾ ਹੈ ਉਹ ਵਧੀਆ ਬਣਾ ਸਕੇ? ਦੇਖੋ, ਮਾਂ-ਬਾਪ ਬੱਚੇ ਨਾਲ ਸ਼ੁਰੂ ਤੋਂ ਬਚਪਨ ਤੋਂ ਜੁੜਦੇ ਆ। ਉਹ ਦੇਖਦੇ ਆ ਕਿ ਬੱਚੇ ਨੂੰ ਕਿਹੜੀਆਂ ਚੀਜ਼ਾਂ ਅੱਛੀਆਂ ਲੱਗਦੀਆਂ। ਕਈ ਵਾਰ ਬੱਚਾ, ਜਿਵੇਂ ਮੈਂ ਕਈ ਵਾਰ ਜੀਵਨੀ ਪੜ੍ਹਦਾ ਸੀ ਸਚਿਨ ਤੇਂਦੁਲਕਰ ਦੀ, ਉਹ ਸ਼ੁਰੂ ਤੋਂ ਹੀ ਬੈਟ ਚੁੱਕ ਲੈਂਦਾ ਸੀ ਪਲਾਸਟਿਕ ਦਾ, ਉਹਨੂੰ ਚੰਗਾ ਲੱਗਦਾ ਸੀ। ਤੇ ਇਹ ਜਿਹੜਾ ਤੇਂਦੁਲਕਰ ਹੈ, ਪੜ੍ਹਾਈ 10ਵੀਂ ਤੋਂ ਬਾਅਦ ਵਿੱਚੇ ਛੱਡ ਗਏ ਸੀ। ਅਗਰ ਉਹਨੂੰ ਵੀ ਕਹਿੰਦੇ ਨਹੀਂ ਤੂੰ ਬੈਟ ਛੱਡ ਕੇ ਤੂੰ ਸਾਇੰਸ ਪੜ੍ਹ, ਮੈਥ ਦੇ ਤੂੰ ਡਿਫਰੈਂਸ਼ੀਅਲ ਕੈਲਕੂਲਸ ਕਰਨੀ ਹੈ, ਤਾਂ ਫਿਰ ਉਹ ਬੱਚਾ ਸ਼ਾਇਦ ਸਾਨੂੰ ਇਸ ਤਰ੍ਹਾਂ ਦਾ ਖਿਡਾਰੀ ਨਹੀਂ ਮਿਲਣਾ ਸੀ ਜਿਹਨੂੰ ਗੋਡ ਆਫ ਕ੍ਰਿਕਟ ਕਿਹਾ ਗਿਆ। ਉਹ ਉਸ ਬੱਚੇ ਨੇ, ਉਹਦੇ ਮਾਂ-ਬਾਪ ਨੇ ਆਬਜ਼ਰਵ ਕੀਤਾ ਕਿ ਉਹ ਬੱਚੇ ਨੂੰ ਇੱਧਰ ਰੁਝਾਨ ਹੈ। ਇਸੇ ਤਰ੍ਹਾਂ ਕਿ ਸਾਰੇ ਮਾਂ-ਬਾਪ ਨੂੰ ਅਧਿਆਪਕਾਂ ਨਾਲ ਮਿਲ ਕੇ ਦੇਖਣਾ ਚਾਹੀਦਾ ਹੈ ਬੱਚੇ ਦਾ ਕਿੱਧਰ ਇੰਟਰਸਟ ਹੈ, ਕਿੱਧਰ ਖੁਸ਼ੀ ਨਾਲ ਜਾਂਦਾ ਹੈ। ਜੇ ਕੋਈ ਕਵੀ ਬਣਨਾ ਚਾਹੁੰਦਾ ਹੈ ਤਾਂ ਕਵੀ ਬਣੇ, ਜੇ ਕੋਈ ਰਾਈਟਰ ਬਣਨਾ ਚਾਹੁੰਦਾ ਹੈ, ਕੋਈ ਪੇਂਟਰ ਬਣਨਾ ਚਾਹੁੰਦਾ ਹੈ, ਜਿੱਧਰ ਜਾਣਾ ਚਾਹੁੰਦਾ ਉਹ ਬੱਚੇ ਨੂੰ ਜਾਣ ਦੇਣਾ ਚਾਹੀਦਾ। ਸਿਰਫ ਅਸੀਂ ਮਾਂ-ਬਾਪ ਸੋਚਣ ਲੱਗ ਪੈਂਦੇ ਆ ਇੱਧਰ ਤਾਂ ਕੈਰੀਅਰ ਹੀ ਹੈ ਨਹੀਂ, ਹਾਂਜੀ ਇਹ ਤਾਂ ਸਟਰਗਲ ਕਰੇਗਾ 10-20 ਸਾਲ ਵੀ। ਲੇਕਿਨ ਜੇ ਉਹ ਬੱਚਾ ਜਾਏਗਾ, ਉਸਨੂੰ ਤੁਸੀਂ ਖੁੱਲੀਆਂ ਹਵਾਵਾਂ ਛੱਡੋਗੇ ਤਾਂ ਸ਼ਾਇਦ ਉਸ ਖੇਤਰ ਵਿੱਚ ਬਹੁਤ ਸਿਖਰ ਤੇ ਪਹੁੰਚ ਜਾਏਗਾ, ਉਹ ਕਮਾਲ ਕਰ ਜਾਏਗਾ। ਇਸ ਲਈ ਮਾਂ-ਬਾਪ ਨੂੰ ਹਮੇਸ਼ਾ ਮੈਂ ਕਹਿੰਦਾ ਵੀ ਉਸਨੂੰ ਗਾਈਡ ਜ਼ਰੂਰ ਕਰੋ, ਉਹਨੂੰ ਸਾਰੀਆਂ ਸੰਭਾਵਨਾਵਾਂ ਦੱਸ ਦਿਓ ਵੀ ਇਸ ਖੇਤਰ 'ਚ ਹੈ, ਲੇਕਿਨ ਉਸ ਦਾ ਆਪਣਾ ਜਿੱਥੇ ਉਹਨੂੰ ਖੁਸ਼ੀ ਮਿਲਦੀ ਹੈ, ਜਿਹੜੀ ਖੁਸ਼ੀ ਹੈ ਨਾ, ਅਗਰ ਇਨਸਾਨ ਨੂੰ ਕਿਸੇ ਕੰਮ 'ਚ ਖੁਸ਼ੀ ਮਿਲਦੀ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਉਸ ਖੇਤਰ ਵਿੱਚ ਉਹ ਨਾਮ ਵੀ ਕਰੇਗਾ, ਬਹੁਤ ਕੰਮ ਕਰੇਗਾ ਤੇ ਸਫਲ ਵੀ ਹੋਏਗਾ। ਸੱਚ ਹੀ ਕਿਹਾ ਹੈ, ਪੈਸ਼ਨ ਪ੍ਰੋਫੈਸ਼ਨ ਬਣ ਜਾਵੇ ਤਾਂ ਇਸ ਤੋਂ ਵੱਡੀ ਕੋਈ ਹੋਰ ਗੱਲ ਹੋ ਹੀ ਨਹੀਂ ਸਕਦੀ ਨਾ। ਸੋ ਅਧਿਆਪਕਾਂ ਦਾ ਵੀ ਬਹੁਤ ਚੰਗਾ ਰੋਲ ਹੁੰਦਾ ਹੈ, ਕਿਉਂਕਿ ਅਧਿਆਪਕ ਨੂੰ ਅਸੀਂ ਦੇਖਦਿਆਂ ਹੋਇਆਂ ਜਦੋਂ ਕਲਾਸ ਦੇ ਵਿੱਚ ਪੜ੍ਹਦੇ ਹਾਂ ਤਾਂ ਸਾਡਾ ਹੀ ਮਨ ਕਰਦਾ ਅਸੀਂ ਵੀ ਇਸ ਅਧਿਆਪਕ ਵਰਗੇ ਬਣੀਏ, ਜਾਂ ਅਧਿਆਪਕ ਕੁਝ ਜੀਵਨੀਆਂ ਦੇ ਬਾਰੇ ਸਾਨੂੰ ਦੱਸਦਾ ਹੈ ਤੇ ਸਾਡੇ ਮਨ ਦੇ ਵਿੱਚ ਖਿਆਲ ਪੈਦਾ ਹੋ ਜਾਂਦੇ ਨੇ ਕਿ ਅਸੀਂ ਉਸ ਇਨਸਾਨ ਵਰਗੇ ਬਣਨਾ ਹੈ। ਅਧਿਆਪਕ ਦਾ ਕੀ ਰੋਲ ਮੰਨਦੇ ਹੋ, ਜਾਂ ਕਾਲਜ ਜਾਂ ਸਕੂਲ ਦੇ ਵਿੱਚ ਜਿਹੜੇ ਕਰੀਅਰ ਕਾਉਂਸਲਿੰਗ ਸੈੱਲ ਬਣੇ ਹੋਏ ਨੇ, ਇਹਨਾਂ ਦਾ ਕੀ ਰੋਲ ਹੈ ਵਿਦਿਆਰਥੀ ਜੀਵਨ ਦੇ ਵਿੱਚ? ਕਰੀਅਰ ਕਾਉਂਸਲਿੰਗ ਜਾਂ ਕਰੀਅਰ ਗਾਈਡੈਂਸ ਦਾ ਬਹੁਤ ਵੱਡਾ ਰੋਲ ਹੈ, ਤਾਂ ਕਿ ਕਿਉਂਕਿ ਮਾਂ-ਬਾਪ ਤੋਂ ਬਾਅਦ ਅਧਿਆਪਕ ਹੀ ਹੈ ਜਿਸ ਨਾਲ ਬੱਚੇ ਜਿਹੜੇ 10ਵੀਂ ਤੱਕ ਤੁਸੀਂ ਇਮੇਜਿਨ ਕਰੋ ਉਹ ਕਿੰਨਾ ਸਮਾਂ ਗੁਜ਼ਾਰਦੇ ਨੇ। ਬਚਪਨ ਤੋਂ ਲੈ ਕੇ ਕਈ ਵਾਰ ਬੱਚੇ ਇੱਕੋ ਸਕੂਲ 'ਚ ਰਹਿੰਦੇ, ਕਈ ਵਾਰ ਸਕੂਲ ਚੇਂਜ ਵੀ ਕਰ ਲੈਂਦੇ, ਲੇਕਿਨ ਉਹ ਅਧਿਆਪਕਾਂ ਨਾਲ ਜੁੜੇ ਰਹਿੰਦੇ। ਸੋ ਇੱਕ ਤਾਂ ਮਾਂ-ਬਾਪ ਘਰ ਵਿੱਚ ਪਰਖਦੇ ਨੇ, ਸਕੂਲ ਕਾਲਜਾਂ ਵਿੱਚ ਅਧਿਆਪਕ ਪਰਖਦੇ ਨੇ। ਸੋ ਉਹ ਜਦੋਂ ਬੱਚੇ ਨੂੰ ਪਰਖਦੇ ਤੇ ਉਹਨਾਂ ਦੀ ਗਾਈਡੈਂਸ ਨਾਲ ਬੱਚਾ ਵਿਸ਼ਾ ਚੁਣਨ ਵਿੱਚ ਉਹਨਾਂ ਦੀ ਹੈਲਪ ਲੈਣੀ ਚਾਹੀਦੀ ਹੈ। ਅਸੀਂ ਆਪਣਾ
ਉਹਨਾਂ ਤੇ ਠੋਸੀਏ ਨਾ ਵੀ ਤੁਸੀਂ ਆਹ ਵਿਸ਼ੇ ਚੁਣੋ, ਕਿਉਂਕਿ ਆਪਾਂ ਕਈ ਵਾਰ ਬੱਚੇ ਦੇਖਦੇ ਆ ਪੜ੍ਹਾਈ ਵਿੱਚੇ ਛੱਡ ਜਾਂਦੇ ਨੇ। ਇਸ ਕਰਕੇ ਕਿਉਂਕਿ ਉਹਨੂੰ ਅਸੀਂ ਫੋਰਸ ਕਰਦੇ ਤੂੰ ਆਹ ਸਾਇੰਸ ਰੱਖ, ਉਹ ਸਾਇੰਸ 'ਚ ਨਹੀਂ ਪੜ੍ਹਨਾ ਚਾਹੁੰਦਾ, ਉਸ ਨੂੰ ਚੰਗਾ ਲੱਗਦਾ ਮੈਂ ਆਰਟਸ ਕਰਨੀ ਚਾਹੁੰਦਾ, ਉਹ ਫਿਰ ਪੜ੍ਹਾਈ ਛੱਡ ਜਾਂਦਾ। ਪੜ੍ਹਾਈ ਛੱਡਦਾ ਜਦੋਂ ਕਿਤੇ, ਦੇਖੋ ਕਈ ਬੱਚੇ ਛੱਡਦੇ ਪੜ੍ਹਾਈ ਇਸ ਕਰਕੇ ਕਿ ਉਹ ਪੈਸਿਆਂ ਕਰਕੇ ਛੱਡਦੇ ਨੇ, ਉਹ ਵੱਖਰੀ ਗੱਲ ਹੈ। ਲੇਕਿਨ ਕਈ ਬੱਚੇ ਪੜ੍ਹਾਈ ਇਸ ਕਰਕੇ ਛੱਡਦੇ ਕਿ ਉਧਰ ਉਹਦਾ ਇੰਟਰਸਟ ਖਤਮ ਹੈ ਜੀ। ਔਰ ਲੇਕਿਨ ਤੁਸੀਂ ਮੈਡਮ ਜੀ ਹੈਰਾਨ ਰਹਿ ਜਾਓਗੇ, J.K. ਰੋਲਿੰਗ ਨੇ ਪੜ੍ਹਾਈ ਛੱਡੀ, ਲੇਕਿਨ ਉਹ ਉਸਨੇ ਜਿਹੜਾ ਆਪਣਾ ਹੈਰੀ ਪੋਟਰ ਵਰਗੇ ਸੀਰੀਜ਼ ਬਣਾਏ, ਸਚਿਨ ਤੇਂਦੁਲਕਰ ਨੇ ਪੜ੍ਹਾਈ ਛੱਡੀ, ਥਾਮਸ ਐਲਵਾ ਐਡੀਸਨ ਨੇ ਪੜ੍ਹਾਈ ਛੱਡੀ ਰਸਤੇ 'ਚ, ਲੇਕਿਨ ਉਸਨੇ ਇੰਨੇ ਆਵਿਸ਼ਕਾਰ ਕੀਤੇ। ਇਸੇ ਤਰ੍ਹਾਂ ਜੇ ਪੜ੍ਹਾਈ ਛੱਡ ਕੇ ਅਸੀਂ ਉਧਰ ਕਿਸੇ ਹੋਰ ਖੇਤਰ 'ਚ ਜਾਣਾ ਚਾਹੁੰਦਾ ਤਾਂ ਉਸਨੂੰ ਜਾਣਾ ਚਾਹੁੰਦਾ। ਸਕੂਲ ਡ੍ਰੌਪ ਆਊਟਸ ਬੱਚੇ ਵੀ ਬਹੁਤ ਕਮਾਲ ਕਰ ਸਕਦੇ ਨੇ। ਫੇਸਬੁੱਕ ਬਣਾਉਣ ਵਾਲੇ ਜਿਹੜੇ ਮਾਰਕ ਜ਼ੁਕਰਬਰਗ ਹੈ, ਇਹ ਵੀ ਪੜ੍ਹਾਈ ਛੱਡ ਕੇ ਗਏ ਸੀ, ਲੇਕਿਨ ਅੱਜ ਸਾਡੇ ਕੋਲ ਫੇਸਬੁੱਕ ਬਣੀ ਹੋਈ ਹੈ। ਬਿਲਕੁਲ, ਮਤਲਬ ਕਿ ਬੱਚਿਆਂ ਦਾ ਰੁਝਾਨ ਦੇਖਣਾ ਚਾਹੀਦਾ ਹੈ, ਬੱਚਿਆਂ ਦੇ ਵਿਸ਼ੇ ਵਿੱਚ ਰੁਚੀ ਦੇਖਣੀ ਚਾਹੀਦੀ ਹੈ। ਬਹੁਤ ਹੀ ਵਡਮੁੱਲੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋ ਔਰ ਇਸ ਵਿਸ਼ੇ ਉੱਤੇ ਬਾਬਤ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।